ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਔਰ ਮੀਡੀਆ ਦੇ ਮਾਧਿਅਮ ਰਾਹੀਂ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ ਉਹਨਾਂ ਚੱਲ ਰਹੀਆਂ ਲੜੀਵਾਰ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਜੀ ਬਖਸ਼ਿਸ਼ ਵਰਤਾਉਣ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ। ਦੋਵੇਂ ਹੱਥ ਜੋੜ ਮਿਲ ਕਰਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਜਿਹ ਮਾਰਗ ਪੰਡਤ ਗਏ। ਪਾਛੈ ਪਰੀ ਬਹੀਰ। ਇਕ ਅਵ ਘਟ ਘਾਟੀ ਰਾਮ ਕੀ। ਤੇਹ ਚੜ ਰਹਿਓ ਕਬੀਰ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਹਿਤ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭਗਤ ਕਬੀਰ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ। ਸ਼ਲੋਕ ਕਬੀਰ ਜੀਓ ਕੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1373 ਦੇ ਉੱਪਰ ਸੁਭਾਇਮਾਨ ਹੈ। ਔਰ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਵਿੱਚ ਧਰਮ ਦੀ ਦੁਨੀਆ ਦੀ ਗੱਲ ਜਿਹੜੀ ਹੈ ਉਹ ਭਗਤ ਕਬੀਰ ਸਾਹਿਬ ਕਰ ਰਹੇ ਨੇ। ਕਿਉਂਕਿ ਧਰਮ ਇੱਕ ਐਸਾ ਜੀਵਨ ਦੇ ਅੰਦਰ ਕਹਿ ਲਓ ਵੀ ਲੋੜ ਜ਼ਰੂਰਤ ਸਾਡੀ ਬੜੀ ਵੱਡੀ, ਹਰ ਉਸ ਬੰਦੇ ਲਈ ਜਿਹੜਾ ਆਸਤਕ ਹੈ, ਜਿਹਨੂੰ ਰੱਬ ਦੇ ਉੱਤੇ ਭਰੋਸਾ ਹੈ, ਉਹਦੀ ਜ਼ਿੰਦਗੀ ਦੀ ਇੱਕ ਬੜੀ ਵੱਡੀ ਜ਼ਰੂਰਤ ਹੈ ਧਰਮ। ਜਿਸ ਕਰਕੇ ਇਨਸਾਨ ਜਿਹੜਾ ਉਹ ਧਰਮ ਕਮਾਉਣ ਲਈ ਵੱਖ-ਵੱਖ ਯਤਨ ਤੇ ਤਰੀਕੇ ਵਰਤਦਾ ਹੈ। ਔਰ ਕਈ ਵਾਰ ਤੇ ਇਹ ਧਰਮ ਕਮਾਉਣ ਦੇ ਜਿਹੜੇ ਯਤਨ ਨੇ ਉਹ ਦੂਜਿਆਂ ਵੱਲ ਵੇਖ ਕੇ ਫਿਰ ਕਰਦਾ ਹੈ। ਕਿਉਂਕਿ ਇਹਦਾ ਮੰਨਣਾ ਇਨਸਾਨ ਦਾ ਇਹ ਹੈ ਵੀ ਜਿਸ ਤਰੀਕੇ ਨਾਲ ਧਰਮ ਦੂਜਾ ਬੰਦਾ ਕਮਾ ਰਿਹਾ ਉਹ ਮੇਰੇ ਤੋਂ ਵਧੀਆ ਤਰੀਕਾ ਹੈ, ਮੈਨੂੰ ਵੀ ਉਹੀ ਅਪਣਾਉਣਾ ਚਾਹੀਦਾ ਹੈ। ਹਾਲਾਂਕਿ ਧਰਮ ਇਦਾਂ ਦੀ ਚੀਜ਼ ਨਹੀਂ ਹੈ ਕਿ ਅਸੀਂ ਕਿਸੇ ਨੂੰ ਵੇਖ ਕੇ ਤੇ ਫਿਰ ਕਮਾਈਏ।
ਆ ਸਾਡੇ ਮਨ ਦੀਆਂ ਭਾਵਨਾਵਾਂ ਕੀ ਕਹਿ ਰਹੀਆਂ ਨੇ, ਬਾਤ ਉਹ ਹੈ। ਦੂਜੇ ਨੂੰ ਵੇਖ ਕੇ ਜ਼ਰੂਰੀ ਨਹੀਂ ਹੈ ਵੀ ਉਹ ਧਰਮ ਜਿਸ ਤਰੀਕੇ ਨਾਲ ਕਮਾ ਰਿਹਾ ਮੈਨੂੰ ਵੀ ਉਦਾਂ ਹੀ ਕਮਾਉਣਾ ਚਾਹੀਦਾ, ਜਾਂ ਜਿਹੜਾ ਢੰਗ ਉਹ ਧਰਮ ਕਮਾਉਣ ਲਈ ਵਰਤ ਰਿਹਾ ਮੈਨੂੰ ਵੀ ਉਹੀ ਵਰਤਣਾ ਚਾਹੀਦਾ। ਹੋ ਸਕਦਾ ਉਹਦੇ ਧਰਮ ਕਮਾਉਣ ਦਾ ਤਰੀਕਾ ਜਿਹੜਾ ਉਹ ਉਹਦੀ ਮਜਬੂਰੀ ਹੋਵੇ, ਜਾਂ ਇਹ ਵੀ ਹੋ ਸਕਦਾ ਵੀ ਉਹਦੇ ਧਰਮ ਕਮਾਉਣ ਦਾ ਤਰੀਕਾ ਉਹਦਾ ਸ਼ੌਕ ਹੋਵੇ। ਦੋਵੇਂ ਗੱਲਾਂ ਹੋ ਸਕਦੀਆਂ ਨੇ। ਜਿਹੜਾ ਤਰੀਕਾ ਉਹ ਵਰਤ ਰਿਹਾ ਹੈ ਹੋ ਸਕਦਾ ਉਹ ਤਰੀਕਾ ਉਹਦੀ ਮਜਬੂਰੀ ਹੋਵੇ, ਜਾਂ ਇਹ ਵੀ ਹੋ ਸਕਦਾ ਵੀ ਜਿਹੜਾ ਤਰੀਕਾ ਉਹ ਧਰਮ ਕਮਾਉਣ ਲਈ ਵਰਤ ਰਿਹਾ ਉਹਦਾ ਉਹ ਸ਼ੌਕ ਹੋਵੇ। ਜ਼ਰੂਰੀ ਨਹੀਂ ਹੈ ਵੀ ਉਹ ਜਿਸ ਤਰੀਕੇ ਨਾਲ ਧਰਮ ਕਮਾ ਰਿਹਾ ਉਹ ਤਰੀਕਾ ਠੀਕ ਹੈ। ਇਹ ਵੀ ਆਪਾਂ ਦਾਅਵਾ ਨਹੀਂ ਕਰ ਸਕਦੇ, ਤੇ ਇਹ ਵੀ ਦਾਅਵਾ ਨਹੀਂ ਕਰ ਸਕਦੇ ਵੀ ਜਿਹੜਾ ਤਰੀਕਾ ਉਹ ਵਰਤ ਕੇ ਧਰਮ ਕਮਾ ਰਿਹਾ ਉਹ ਗਲਤ ਹੈ। ਇਹ ਵੀ ਦਾਅਵਾ ਕੋਈ ਨਹੀਂ, ਕਿਉਂਕਿ ਧਰਮ ਜਿਹੜਾ ਹੈ ਨਾ ਉਹ ਹਰ ਬੰਦੇ ਦੇ ਕਮਾਉਣ ਦਾ ਤਰੀਕਾ ਵੱਖਰਾ ਹੈ, ਕਿਉਂਕਿ ਹਰ ਬੰਦੇ ਦੀ ਧਰਮ ਨੂੰ ਲੈ ਕੇ ਵਿਚਾਰ ਵੱਖਰੀ ਹੈ। ਪਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਸਾਨੂੰ ਵੀ ਜਿਸ ਤਰੀਕੇ ਨਾਲ ਸਾਡਾ ਮਨ ਕਹਿੰਦਾ ਧਰਮ ਕਮਾਉਣਾ ਚਾਹੀਦਾ ਸਾਨੂੰ ਉਸੇ ਤਰੀਕੇ ਨਾਲ ਕਮਾਉਣਾ ਚਾਹੀਦਾ। ਦੂਜਿਆਂ ਵੱਲ ਵੇਖ ਕੇ ਯਤਨ ਸਾਨੂੰ ਨਹੀਂ ਕਰਨਾ ਚਾਹੀਦਾ ਵੀ ਅਸੀਂ ਆਹੀ ਤਰੀਕੇ ਨਾਲ ਧਰਮ ਕਮਾਉਣਾ। ਜਿਵੇਂ ਮੈਂ ਇੱਕ ਨਿੱਕਾ ਜਿਹਾ ਪੱਖ ਰੱਖਦਾ ਚੱਲਾਂ, ਸਾਡਾ ਮੰਨਣਾ ਹੈ ਵੀ ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ, ਉਹਨਾਂ ਨੂੰ ਪੜ੍ਹਨਾ ਤੇ ਉਹਨਾਂ ਨੂੰ ਪੜ੍ਹਵਾਉਣਾ ਇੱਕ ਧਰਮ ਦਾ ਕੰਮ ਹੈ, ਇਹ ਧਰਮ ਹੈ। ਹੁਣ ਇੱਕ ਬੰਦੇ ਦੀ ਮਜਬੂਰੀ ਕਹਿ ਸਕਦੇ ਆ ਵੀ ਉਹਨੂੰ ਪੜ੍ਹਨਾ ਆਉਂਦਾ ਕੋਈ ਨਹੀਂ, ਉਹਨੇ ਪਾਠ ਕਰਨ ਵਾਸਤੇ ਦੂਜਾ ਬੰਦਾ ਸੱਦ ਲਿਆ, ਭਾਈ ਆ ਕੇ ਤੂੰ ਪੜ੍ਹ ਦੇ, ਮੈਂ ਤੇਰੇ ਤੋਂ ਬਹਿ ਕੇ ਸੁਣ ਲਾਂਗਾ। ਹੁਣ ਇੱਕ ਮਜਬੂਰੀ ਸੀ ਉਹਦੀ, ਉਹ ਧਰਮ ਕਮਾਉਣਾ ਚਾਹੁੰਦਾ, ਉਹਦੀ ਮਜਬੂਰੀ ਸੀ, ਉਹਨੂੰ ਪੜ੍ਹਨਾ ਨਹੀਂ ਸੀ ਆਉਂਦਾ, ਉਹਨੇ ਦੂਜੇ ਬੰਦੇ ਨੂੰ ਸੱਦ ਲਿਆ, ਉਹਦੇ ਕੋਲੋਂ ਪੜਵਾ ਲਿਆ, ਉਹਨੇ ਪੜ੍ਹਤਾ ਤੇ ਉਹ ਬਹਿ ਕੇ ਸੁਣ ਲਿਆ ਉਹਨੇ। ਹੁਣ ਦੂਜਾ ਬੰਦਾ ਜਿਹੜਾ ਵੇਖਣ ਵਾਲਾ ਸੀ ਉਹਨੇ ਕੀ ਸੋਚਿਆ ਵੀ ਇਹਨੇ ਇੱਕ ਬੰਦਾ ਸੱਦਿਆ ਮੈਂ ਦੋ ਸੱਦਣੇ ਨੇ, ਵੀ ਉਹ ਦੋ ਕਰਕੇ ਜਾਣਗੇ ਮੇਰੇ ਕੋਲ। ਤੇ ਹੁਣ ਅਸੀਂ ਇਹ ਨਹੀਂ ਨਾ ਵੇਖਿਆ ਵੀ ਉਹ ਕਿਉਂ ਉਹਨੇ ਕਿਸੇ ਨੂੰ ਸੱਦ ਕੇ ਜਿਹੜਾ ਧਾਰਮਿਕ ਗ੍ਰੰਥ ਹੈ ਉਹਦਾ ਪਾਠ ਕਰਵਾਇਆ। ਅਸੀਂ ਸਿਰਫ ਇਹ ਵੇਖਿਆ ਵੀ ਉਹਨੇ ਆਪਣੇ ਘਰ 'ਚ ਧਾਰਮਿਕ ਪਾਠ ਗ੍ਰੰਥ ਨੂੰ ਦਾ ਪਾਠ ਕਰਵਾਉਣ ਲਈ ਉਹਨੇ ਬਾਹਰੋਂ ਬੰਦਾ ਸੱਦਿਆ, ਇੱਕ ਸੱਦਿਆ, ਉਹਨੇ ਘੱਟ ਜਿਹੜਾ ਪੈਸਿਆਂ ਵਾਲਾ ਸੱਦਿਆ ਸੀ, ਮੈਂ ਸੱਦਾਂਗਾ ਤੇ ਲੋਕਾਂ ਨੂੰ ਵੀ ਪਤਾ ਲੱਗੇਗਾ ਵੀ ਭਾਈ ਇਹਨੇ ਤੇ ਦੋ ਸੱਦੇ ਨੇ। ਤੇ ਦੂਜੀ ਗੱਲ ਵੀ ਜੇ ਉਹਨੇ 1000 ਰੁਪਈਆ ਦਿੱਤਾ ਤੇ ਮੈਂ 2-2000 ਦੇਣਾ, ਪਤਾ ਤੇ ਲੱਗੇ ਵੀ ਹਾਂ ਭਾਈ ਇਹਨੇ ਪਾਠ ਕਰਨ ਵਾਲਾ ਬੰਦਾ ਸੱਦਿਆ ਸੀ। ਹਾਲਾਂਕਿ ਹੁਣ ਉਹ ਜਿਹੜਾ ਪਹਿਲੋਂ ਸੱਦਣ ਵਾਲਾ ਉਹਦੀ ਮਜਬੂਰੀ ਹੈ ਤੇ ਅਸੀਂ ਦੁਨੀਆ ਨੂੰ ਵਿਖਾਉਣ ਵਾਲੇ ਰਾਹ ਤੇ ਆ ਗਏ। ਦੂਜਾ ਪੱਖ ਇਹ ਵੀ ਹੋ ਸਕਦਾ, ਚਲੋ ਇਹ ਤੇ ਬੜੀ ਚੰਗੀ ਗੱਲ ਹੈ ਵੀ ਇਨਸਾਨ ਜਿਹੜਾ ਉਹਦਾ ਸ਼ੌਂਕ ਹੈ ਵੀ ਮੈਂ ਧਾਰਮਿਕ ਗ੍ਰੰਥ ਨੂੰ ਪੜ੍ਹਾਂ, ਪਰ ਆਪ ਪੜ੍ਹਾਂ, ਉਹ ਸ਼ੌਂਕ ਲਈ ਪੜ੍ਹ ਰਿਹਾ, ਬੜੀ ਚੰਗੀ ਗੱਲ ਹੈ। ਤੇ ਹੁਣ ਅਸੀਂ ਨਾ ਸਾਡਾ ਮਨ ਮੰਨਦਾ ਧਾਰਮਿਕ ਗ੍ਰੰਥ ਪੜ੍ਹਨ ਨੂੰ, ਨਾ ਸਾਡੀ ਸੁਰਤ ਟਿਕਦੀ ਧਾਰਮਿਕ ਗ੍ਰੰਥ ਪੜ੍ਹਨ ਨੂੰ, ਪਰ ਅਸੀਂ ਕੀ ਹੈ ਜਿੱਦ ਫੜ ਕੇ ਬੈਠੇ ਆ ਵੀ ਜੇ ਉਹ ਇੱਕ ਵਾਰੀ ਪੜ੍ਹਦਾ ਤੇ ਮੈਂ ਦਿਨ 'ਚ 2 ਵਾਰੀ ਪੜ੍ਹਨਾ ਹੈ। ਸਾਡੀ ਜਿੱਦ ਹੈ ਨਾ, ਉਹ ਬੰਦੇ ਦਾ ਸ਼ੌਂਕ ਸੀ, ਸਾਡੀ ਜਿੱਦ ਹੈ। ਤੇ ਚਲੋ ਇਹ ਕਹਿ ਸਕਦੇ ਆ ਵੀ ਜਿੱਦ ਚੰਗੀ ਹੈ ਵੀ ਉਹ ਇੱਕ ਵਾਰੀ ਪੜ੍ਹ ਰਿਹਾ ਤੇ ਮੈਂ 2 ਵਾਰੀ ਪੜ੍ਹ ਰਿਹਾ, ਬੜੀ ਚੰਗੀ ਗੱਲ ਹੈ। ਪਰ ਯਤਨ ਇਹ ਹੋਵੇ ਵੀ ਜੇ ਉਹ ਇੱਕ ਵਾਰੀ ਪੜ੍ਹ ਰਿਹਾ ਨਾ ਤੇ ਜੇ ਮੈਂ 2 ਵਾਰੀ ਪੜ੍ਹਨ ਲੱਗਾ ਤੇ 2 ਵਾਰੀ ਚੋਂ ਇੱਕ ਵਾਰੀ ਤੇ ਮੇਰਾ ਹਿਰਦਾ ਟਿਕੇ, ਫਿਰ ਤੇ ਮੇਰੇ ਧਾਰਮਿਕ ਜਿਹੜਾ ਗ੍ਰੰਥ ਪੜ੍ਹੇ ਦਾ ਜਾਂ ਧਾਰਮਿਕ ਵਿਚਾਰਾਂ ਪੜ੍ਹੀਆਂ ਦਾ ਲਾਭ ਵੀ ਮੈਨੂੰ ਹੈ, ਕੋਈ ਲਾਭ ਵੀ ਹੈ। ਖੈਰ, ਭਗਤ ਜੀ ਨੇ ਜ਼ਿਕਰ ਕੀਤਾ, ਕਹਿੰਦੇ ਮੈਂ ਦੁਨੀਆ ਤੇ ਵੇਖਿਆ ਆ ਕਿ ਜਿਹੜੇ ਧਾਰਮਿਕ ਆਗੂ ਨੇ, ਹੁਣ ਇੱਥੇ ਜ਼ਿਕਰ ਉਹਨਾਂ ਨੇ ਪੰਡਿਤ ਦਾ ਕੀਤਾ। ਮੈਂ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਦਾ ਚੱਲਾਂ, ਗੁਰਬਾਣੀ ਦਾ ਪੱਖ ਲੈ ਕੇ। ਸਤਿਗੁਰੂ ਨੇ ਬਾਣੀ 'ਚ ਇਸ ਗੱਲ ਦੀ ਪ੍ਰੋੜਤਾ ਕੀਤੀ, ਬਿਨ ਵਿਦਿਆ ਕਹਾਂ ਕੋ ਪੰਡਿਤ। ਇੱਥੇ ਕਿਸੇ ਖਾਸ ਫਿਰਕੇ ਦੀ ਗੱਲ ਨਹੀਂ ਹੈ ਵੀ ਅਸੀਂ ਕਹਿ ਦਈਏ ਵੀ ਉਹ ਪੰਡਿਤ ਨੂੰ ਕਿਹਾ ਗਿਆ, ਨਹੀਂ। ਜਿਹੜਾ ਮੈਂ ਵਿਚਾਰ ਤੁਹਾਡੇ ਪਹਿਲੋਂ ਅੱਗੇ ਰੱਖੀ ਹੈ, ਬਿਨ ਵਿਦਿਆ, ਵਿਦਿਆ ਤੋਂ ਬਿਨਾ, ਪੜ੍ਹਾਈ ਤੋਂ ਬਿਨਾ, ਗਿਆਨ ਤੋਂ ਬਿਨਾ ਕਹਾ ਕੋ ਪੰਡਿਤ, ਕਿੱਥੇ ਕੋਈ ਪੰਡਿਤ ਬਣ ਸਕਦਾ ਹੈ? ਕਿਉਂਕਿ ਪੰਡਿਤ ਦਾ ਅਰਥ ਜਿਹੜਾ ਹੈ ਨਾ, ਅਖਰੀ ਅਰਥ ਜਦੋਂ ਕਰਾਂਗੇ ਤੇ ਉਹਦਾ ਮਤਲਬ ਹੀ ਇਹ ਹੈ ਵੀ ਜਿਹਦੇ ਕੋਲ ਗਿਆਨ ਹੈ, ਜਿਹਦੇ ਕੋਲ ਵਿਦਿਆ ਹੈ, ਜਿਹਦੇ ਕੋਲ ਸਮਝ ਹੈ, ਜਿਹਦੇ ਕੋਲ ਗਿਆਨ ਦਾ ਭੰਡਾਰ ਕਹਿ ਸਕਦੇ ਹਾਂ, ਵਿਦਿਆ ਦਾ ਭੰਡਾਰ ਕਹਿ ਸਕਦੇ ਹਾਂ, ਉਹ ਪੰਡਿਤ ਹੈ। ਹੁਣ ਦੁਨੀਆ ਦਾ ਕੀ ਰੋਲ ਹੈ? ਦੁਨੀਆ ਦੇ ਵਿੱਚ ਤੇ ਜਾਂ ਸੰਸਾਰ ਦੀ ਜਿਹੜੀ ਫਿਤਰਤ ਹੈ ਉਹ ਇਹ ਹੈ
ਵੀ ਜਿਹੇ ਮਾਰਗ ਪੰਡਿਤ ਗਏ। ਇੱਕ ਖਿਆਲ ਕਰਿਓ, ਇਹ ਦਾਵਾ ਨਹੀਂ ਹੈ ਕੋਈ ਜਿਹੜਾ ਬੰਦਾ ਗਿਆਨਵਾਨ ਹੈ ਉਹ ਹਰ ਵਕਤ ਠੀਕ ਹੀ ਹੋਏਗਾ, ਇਹ ਕੋਈ ਦਾਵਾ ਨਹੀਂ। ਕਿਉਂਕਿ ਸਤਿਗੁਰੂ ਜੀ ਨੇ ਬਾਣੀ 'ਚ ਇਸ ਗੱਲ ਦੀ ਵੀ ਪ੍ਰੋੜਤਾ ਕੀਤੀ ਹੈ, ਕਹਿੰਦੇ ਮਾਇਆ ਕਾ ਮੁਹਤਾਜ ਪੰਡਿਤ ਕਹਾਵੈ। ਮਾਇਆ ਕਾ ਮੁਹਤਾਜ, ਮੁਹਤਾਜ ਮਤਲਬ ਜਿਹੜਾ ਮੁਹਤਾਜ ਹੋਵੇ, ਜਿਹਨੂੰ ਮੁਹਤਾਜਗੀ ਹੈ ਕਿਹਦੀ? ਮਾਇਆ ਦੀ। ਕਹਿੰਦੇ ਹੁਣ ਬੰਦਾ ਹੈ ਤੇ ਬੜਾ ਗਿਆਨਵਾਨ, ਪਰ ਅਫਸੋਸ ਦੀ ਗੱਲ ਇਹ ਹੈ ਮਾਇਆ ਕਾ ਮੁਹਤਾਜ ਹੋ ਗਿਆ। ਮੁਹਤਾਜ ਉਹਨੂੰ ਮਾਇਆ ਦੀ, ਜਿਹੜਾ ਕਹਿ ਲਓ ਵੀ ਉਹ ਮਾਇਆ ਦੇ ਅਧੀਨ ਹੈ। ਉਹ ਮਾਇਆ ਦੇ ਅਧੀਨ ਇੰਨਾ ਕਹਿ ਵੀ ਹੁਣ ਆਪਣੀ ਮਾਇਆ ਦੀ ਜ਼ਰੂਰਤ ਪੂਰੀਆਂ ਕਰਨ ਲਈ ਕੀ ਕਰਦਾ? ਪੰਡਿਤ ਕਹਾਵੇ। ਆਪਣੇ ਆਪ ਨੂੰ ਪੰਡਿਤ ਕਹਾਉਣ ਲੱਗ ਪਿਆ। ਤੇ ਹੁਣ ਜਿਹੜੇ ਲੋਕ ਉਹਨੂੰ ਪੰਡਿਤ ਗਿਆਨਵਾਨ ਮੰਨ ਰਹੇ ਨੇ, ਉਹਨਾਂ ਲੋਕਾਂ ਨੂੰ ਉਹ ਪਰਮਾਈ ਫਿਰਦਾ, ਆਪਣੇ ਮਗਰ ਲਾਈ ਫਿਰਦਾ। ਕਿਉਂ? ਲੋਕਾਂ ਨੂੰ ਜੇ ਮਗਰ ਲਾਵੇਗਾ ਤਾਂ ਹੀ ਤੇ 4 ਪੈਸੇ ਜੇਬ 'ਚ ਪੈਣਗੇ ਨਾ। ਜੇ ਲੋਕ ਹੀ 4 ਮਗਰ ਨਾ ਤੁਰਨਗੇ ਜਾਂ ਕੋਈ ਲੋਕ ਹੀ 4 ਟਕੇ ਅੱਗੇ ਨਹੀਂ ਰੱਖਣਗੇ ਤੇ ਮੈਨੂੰ ਕਿਹਨੇ ਪੁੱਛਣਾ? ਜਾਂ ਉਹ ਧਰਮ ਦੇ ਬੰਦੇ ਨੂੰ ਕਿਹਨੇ ਪੁੱਛਣਾ ਜਿਹੜਾ ਧਾਰਮਿਕ ਆਗੂ ਬਣ ਕੇ ਗਿਆਨਵਾਨ ਬਣ ਕੇ ਬੈਠਾ ਹੈ, ਜਿਹਨੇ ਗਿਆਨ ਇਕੱਠਾ ਕੀਤਾ ਸਿਰਫ ਇਸ ਕਰਕੇ ਵੀ ਮੈਂ ਮਾਇਆ ਕਮਾਉਣੀ ਹੈ, ਮੈਂ ਧਨ ਕਮਾਉਣਾ ਹੈ। ਹੁਣ ਉਹ ਧਨ ਕਮਾਉਣ ਦੀ ਸੋਚ ਲੈ ਕੇ ਜਿਹਨੇ ਗਿਆਨ ਇਕੱਠਾ ਕੀਤਾ, ਉਹ ਬੰਦੇ ਨੂੰ ਜੇ ਧਨ ਨਾ ਦਿੱਤਾ ਜਾਏ ਤੇ ਉਹ ਕੀ ਕਰੇਗਾ? ਤੇ ਦੂਜੀ ਗੱਲ ਨਾਲ ਇਹ ਵੀ ਲੈ ਕੇ ਚੱਲੋ ਵੀ ਹੁਣ ਜਿਹੜਾ ਬੰਦਾ ਸਿਰਫ ਧਨ ਕਮਾਉਣ ਲਈ ਉਹਨੇ ਗਿਆਨ ਇਕੱਠਾ ਕੀਤਾ, ਸੁਭਾਵਿਕ ਜਿਹੀ ਗੱਲ ਹੈ ਉਹ ਆਪਣੇ ਗਿਆਨ ਨੂੰ ਜਦੋਂ ਵੀ ਵਰਤੇਗਾ ਉਹ ਮਾਇਆ ਕਰਕੇ ਹੀ ਵਰਤੇਗਾ। ਵੀ ਮੈਂ ਤੇ ਗਿਆਨ ਉੱਥੇ ਹੀ ਦੇਣਾ ਜੀ ਜਿੱਥੋਂ 4 ਟਕੇ ਮਿਲਣਗੇ, ਜਿੱਥੋਂ ਨਾ ਮਿਲੇ ਆਪਾਂ ਤਾਂ ਗਿਆਨ ਵੀ ਕੋਈ ਨਹੀਂ ਦੇਣਾ। ਆਮ ਕਰਕੇ ਸੋਚ ਇਹੀ ਹੈ ਨਾ। ਜੇ ਕੋਈ ਗਿਆਨਵਾਨ ਪੁਰਸ਼ ਜਿਹਦੇ ਕੋਲ ਗਿਆਨ ਦਾ ਭੰਡਾਰ ਹੈ, ਜਿਹੜਾ ਲੋਕਾਂ ਨੂੰ ਗਿਆਨ ਦੇਣ ਵਾਲਾ ਹੈ, ਹੁਣ ਉਹਦੀ ਸੋਚ, ਉਹਦੀ ਫਿਤਰਤ ਇਹ ਬਣ ਜਾਂਦੀ ਹੈ ਵੀ ਜੇ ਮੈਨੂੰ ਕਿਸੇ ਨੇ ਮੇਰੇ ਤੋਂ ਗਿਆਨ ਲੈਣਾ ਹੈ ਜਾਂ ਮੇਰੇ ਕੋਲੋਂ ਕਿਸੇ ਨੇ ਸੋਝੀ ਲੈਣੀ ਹੈ, ਕਿਸੇ ਨੇ ਮੇਰੀ ਵਿੱਦਿਆ ਨੂੰ ਵੇਖਣਾ ਹੈ, ਤੇ ਮੈਂ ਆਪਣੀ ਵਿੱਦਿਆ ਵਿਖਾਵਾਂਗਾ ਹੀ ਉਹਨੂੰ, ਆਪਣਾ ਗਿਆਨ ਸੁਣਾਵਾਂਗਾ ਹੀ ਉਹਨੂੰ, ਆਪਣਾ ਗਿਆਨ ਦੇਵਾਂਗਾ ਹੀ ਉਹਨੂੰ, ਜਿਹੜਾ 4 ਪੈਸੇ ਦੇਏਗਾ। ਤੇ ਐਡੇ ਮਾਇਆ ਦੇ ਮੁਹਤਾਜ ਬਣ ਕੇ ਜਿੱਧਰੋਂ 4 ਪੈਸੇ ਵੱਧ ਮਿਲਦੇ ਸੀ ਉਧਰਲੇ ਪਾਸੇ ਤੁਰ ਜਾਈਦਾ। ਭਾਈ ਇਧਰੋਂ ਸਾਨੂੰ 4 ਵੱਧ ਮਿਲ ਰਹੇ, ਤੇਰੇ ਵੱਲੋਂ 4 ਘੱਟ ਮਿਲ ਰਹੇ, ਤੇਰੇ ਕੋਲ ਅਸੀਂ ਬਾਅਦ ਚ ਆਵਾਂਗੇ, ਪਹਿਲਾਂ ਉਧਰੋਂ ਵੱਧ ਇਕੱਠੇ ਕਰ ਲਿਆਈਏ। ਹੈ ਤੇ ਗਿਆਨਵਾਨ ਹੀ ਬੰਦਾ ਨਾ। ਹੁਣ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਦੇ ਪੰਡਿਤ ਜਿਹੜੇ ਨੇ ਨਾ, ਪਾਛੈ ਪਰੀ ਬਹੀਰ, ਇਦਾਂ ਦੇ ਮਗਰ ਲੋਕਾਂ ਵੀ ਲੈਣਾ ਲਾ ਲਾ ਕੇ, ਲੋਕ ਵੀ ਲਾਈਨਾਂ ਲਾ ਲਾ ਤੁਰੇ ਜਾਂਦੇ ਵੀ ਨਹੀਂ ਭਾਈ ਜਾਣਾ ਹੀ ਜਾਣਾ ਅਸੀਂ ਤੇ। ਹੁਣ ਇੱਕ ਬੇਨਤੀ ਮੈਂ ਇੱਥੇ ਹੋਰ ਕਰਦਾ ਚੱਲਾਂ। ਗਿਆਨ ਕਦੇ ਵੀ ਮਾੜਾ ਨਹੀਂ ਹੁੰਦਾ। ਗਿਆਨ ਕਦੇ ਵੀ ਮਾੜਾ ਨਹੀਂ ਹੁੰਦਾ, ਜਿਸ ਤਰੀਕੇ ਦਾ ਮਰਜ਼ੀ ਹੈ। ਪਰ ਗਿਆਨ ਵਰਤਣ ਵਾਲੇ ਉੱਤੇ ਡਿਪੈਂਡ ਕਰਦਾ ਵੀ ਉਹਨੇ ਕਿੱਦਾਂ ਦਾ ਵਰਤਣਾ ਹੈ। ਜਿਵੇਂ ਸਾਡਾ ਗਿਆਨ ਸੀ, ਉਹਦੇ ਵਿੱਚ ਵਾਧਾ ਹੋਇਆ, ਤੇ ਉਸ ਗਿਆਨ ਸਦਕਾ ਨਾ ਅਸੀਂ ਕੁਝ ਕੁ ਇੰਸਟਰੂਮੈਂਟਸ ਬਣਾਏ ਜਿਨ੍ਹਾਂ ਦੇ ਨਾਲ ਅਸੀਂ ਮਾਂ ਦੇ ਕੁੱਖ ਵਿੱਚ ਬਾਲਕ ਚੰਗਾ ਹੈ, ਤੰਦਰੁਸਤ ਹੈ ਜਾਂ ਨਹੀਂ, ਉੱਥੋਂ ਤੱਕ ਵੀ ਅੰਦਾਜ਼ਾ ਲਾ ਲਿਆ। ਪਤਾ ਲੱਗ ਗਿਆ ਸਾਨੂੰ। ਗਿਆਨ ਹੈ ਸਾਡਾ। ਹੁਣ ਡਾਕਟਰ ਕੋਲ ਇਸ ਗੱਲ ਦਾ ਗਿਆਨ ਹੈ, ਸੋਝੀ ਹੈ ਉਹਦੇ ਕੋਲ। ਹੁਣ ਸਾਨੂੰ ਨਹੀਂ ਪਤਾ ਵੀ ਉਹ ਕਿਸ ਤਰੀਕੇ ਨਾਲ ਵਰਤਦੇ ਜਾਂ ਕਿਸ ਢੰਗ ਨਾਲ ਵਰਤਦੇ, ਪਰ ਉਹਨਾਂ ਨੇ ਸਾਨੂੰ ਆਪਣੇ ਗਿਆਨ ਸਦਕਾ ਪਰਖ ਕਰਕੇ ਵੇਖ ਕੇ ਸਾਨੂੰ ਦੱਸਤਾ ਵੀ ਜਿਹੜਾ ਤੁਹਾਡਾ ਬਾਲਕ ਹੈ, ਬੱਚਾ ਹੈ, ਉਹ ਤੰਦਰੁਸਤ ਹੈ। ਮੈਂ ਲਫ਼ਜ਼ ਬੱਚਾ ਵਰਤ ਰਿਹਾ, ਇਹ ਨਹੀਂ ਮੇਲ ਹੈ ਜਾਂ ਫੀਮੇਲ ਹੈ, ਇਹ ਪੱਖ ਨਹੀਂ, ਪਰ ਇੱਥੋਂ ਤੱਕ ਤੇ ਸੀ ਗਿਆਨ ਚੰਗਾ। ਉਦੋਂ ਬਾਅਦ ਚ ਅਸੀਂ ਥੋੜਾ ਜਿਹਾ ਅਗਾਂਹ ਵਧੇ, ਅਸੀਂ ਇਹ ਵੀ ਦੱਸਣ ਲੱਗ ਪਏ ਜੀ ਕੁੱਖ ਦੇ ਵਿੱਚ ਮੇਲ ਹੈ ਜਾਂ ਫੀਮੇਲ ਹੈ, ਅਸੀਂ ਇਹ ਵੀ ਦੱਸਣਾ ਸ਼ੁਰੂ ਕਰਤਾ, ਬੱਚਾ ਜਾਂ ਬੱਚੀ ਹੈ। ਚਲੋ ਇਹ ਵੀ ਠੀਕ ਹੈ ਜੀ, ਦੱਸਤਾ, ਇੱਥੇ ਤੱਕ ਵੀ ਠੀਕ ਹੈ। ਪਰ ਹੁਣ ਇਦੋਂ ਅਗਾਂਹ ਜਿਹੜਾ ਕਰਮ ਕਰਨ ਲੱਗ ਗਏ, ਉੱਥੇ ਆ ਕੇ ਸਾਡਾ ਗਿਆਨ ਵਰਤਣ ਵਾਲਾ ਬੰਦਾ ਉੱਥੇ ਆ ਕੇ ਗਲਤ ਹੋ ਗਿਆ। ਗਿਆਨ ਗਲਤ ਨਹੀਂ ਹੈ, ਗਿਆਨ ਮਾੜਾ ਨਹੀਂ ਹੈ, ਗਿਆਨ ਚੰਗਾ ਹੈ।
ਗਿਆਨ ਨੇ ਦੱਸਿਆ ਵੀ ਤੁਹਾਡੀ ਔਲਾਦ ਭਾਈ ਤੰਦਰੁਸਤ ਹੈ, ਗਿਆਨ ਨੇ ਦੱਸਿਆ ਤੁਹਾਡੀ ਕੁੱਖ ਵਿੱਚ ਮੇਲ ਹੈ ਜਾਂ ਫੀਮੇਲ ਹੈ, ਪਰ ਹੁਣ ਉਦੋਂ ਅੱਗੇ ਸੋਚ ਜਿਹੜੀ ਉਹਨੇ ਕਰਵਟ ਲਈ, ਅਸੀਂ ਡਾਕਟਰ ਨੂੰ ਕਿਹਾ ਜੇ ਤੇ ਮੇਲ ਹੈ ਜੀ ਠੀਕ ਹੈ, ਜੇ ਫੀਮੇਲ ਹੈ ਤੇ ਮਾਰ ਦਿਓ। ਤੇ ਡਾਕਟਰ ਨੇ ਕੀ ਕੀਤਾ, ਮਿੰਟ ਲਾਇਆ। ਉਹ ਤੇ ਹੁਣ ਗਿਆਨ ਮਾੜਾ ਨਹੀਂ ਸੀ, ਪਰ ਵਰਤਣ ਵਾਲੇ ਦੀ ਸੋਚ ਮੰਦੀ ਹੋ ਗਈ। ਗਿਆਨ ਜਿਹਨੇ ਯੂਜ਼ ਕਰਨਾ ਸੀ, ਉਹ ਯੂਜ਼ ਕਰਨ ਵਾਲੇ ਦੀ ਮੱਤ ਜਿਹੜੀ ਉਹ ਪਲਟ ਗਈ। ਜਦੋਂ ਮੱਤ ਹੀ ਤਬਦੀਲ ਹੋ ਗਈ, ਹੁਣ ਉਹ ਗਿਆਨ ਨੇ, ਅਸੀਂ ਕਹਿਣਾ ਜੀ ਗਿਆਨ ਮਾੜਾ ਹੈ, ਗਿਆਨ ਕਦੇ ਮਾੜਾ ਨਹੀਂ ਹੁੰਦਾ, ਸਿਰਫ ਉਹਨੂੰ ਵਰਤਣ ਵਾਲਾ ਜਿਹੜਾ ਬੰਦਾ ਹੈ ਨਾ, ਉਹ ਮਾੜਾ ਹੋ ਜਾਂਦਾ ਜਾਂ ਉਹਦੀ ਸੋਚ ਮਾੜੀ ਹੋ ਜਾਂਦੀ। ਇਸੇ ਤਰ੍ਹਾਂ ਜਿਹੜਾ ਗਿਆਨ ਹੈ ਨਾ, ਜਾਂ ਕਿਸੇ ਗਿਆਨਵਾਨ ਪੁਰਸ਼ ਕੋਲ ਗਿਆਨ ਹੈ, ਉਹ ਗਿਆਨ ਮਾੜਾ ਨਹੀਂ, ਸਿਰਫ ਉਹਦੀ ਸੋਚ ਜਿਹੜੀ ਹੈ ਉਹ ਮਾੜੀ ਹੋ ਸਕਦੀ। ਜਿਵੇਂ ਇੱਕ ਗਿਆਨੀ ਪੁਰਸ਼ ਹੈ ਜਿਹਦੇ ਮਗਰ ਹੁਣ ਲੋਕਾਂ ਨੇ ਲਾਈਨਾਂ ਲਾ ਕੇ ਤੁਰਨਾ, ਕਿਉਂਕਿ ਵਹੀਰ ਮਗਰ ਜਾ ਰਹੀ ਨਾ, ਪੰਡਤ ਜਿਹੇ ਮਾਰਗ ਪੰਡਤ ਗਏ ਪਾਛੇ ਪਰੀ ਵਹੀਰ। ਹੁਣ ਵਹੀਰ ਤੁਰ ਪਈ, ਲੋਕਾਂ ਨੇ ਐ ਇਕੱਠ ਬਣਾ ਟੋਲੇ ਬਣਾ ਕੇ ਮਗਰ ਜਾਣਾ ਸ਼ੁਰੂ ਕਰਤਾ। ਹੁਣ ਉਹ ਤੇ ਭਲਾ ਹੁੰਦਾ, ਸਿਆਣਾ ਹੁੰਦਾ, ਉਹ ਦੱਸਦਾ ਲੋਕਾਂ ਨੂੰ, ਉਹ ਦੁਨੀਆ ਦੇ ਲੋਕੋ, ਆ ਜਿੰਨਾ ਕੁ ਗਿਆਨ ਮੈਂ ਲਈ ਫਿਰਦਾ, ਇਹ ਗਿਆਨ ਤੁਸੀਂ ਵੀ ਇਕੱਠਾ ਕਰ ਸਕਦੇ ਹੋ, ਫਿਰ ਤੇ ਚੰਗਾ ਹੁੰਦਾ। ਹੁਣ ਉਹਨੇ ਵੇਖਿਆ ਵੀ ਜੇ ਮੈਂ ਇਹਨਾਂ ਨੂੰ ਇਹ ਗੱਲ ਦੱਸਤੀ ਵੀ ਜਿਹੜਾ ਗਿਆਨ ਮੈਂ ਲਈ ਫਿਰਦਾ ਇਹ ਤੁਸੀਂ ਵੀ ਲੈ ਸਕਦੇ ਹੋ, ਇਹਨਾਂ ਨੇ ਤੇ ਮੇਰੇ ਮਗਰ ਨਹੀਂ ਆਉਣਾ, ਇਹਨਾਂ ਨੇ ਮੇਰੇ ਮਗਰ ਨਹੀਂ ਆਉਣਾ। ਤੇ ਜਾਂ ਮੈਂ ਇਹਨਾਂ ਨੂੰ ਇਹ ਦੱਸਤਾ ਵੀ ਜਿਹੜਾ ਗਿਆਨ ਮੈਂ ਆਪਣੇ ਕੋਲ ਲਈ ਫਿਰਦਾ ਤੁਸੀਂ ਇੱਥੋਂ ਹਾਸਲ ਕਰ ਸਕਦੇ ਹੋ, ਜੇ ਮੈਂ ਉਹ ਦੱਸਦਾ ਇਹਨਾਂ ਨੇ ਤਾਂ ਵੀ ਮੇਰੇ ਮਗਰ ਨਹੀਂ ਆਉਣਾ। ਹੁਣ ਉਹ ਆਪਣੇ ਮਗਰ ਲੈ ਕੇ ਚੱਲਣ ਵਾਸਤੇ ਕੀ ਕਰਦੇ, ਲੋਕਾਂ ਨੂੰ ਦੱਸਦਾ ਹੀ ਨਹੀਂ ਵੀ ਗਿਆਨ ਕਿੱਥੋਂ ਮਿਲਣਾ, ਕਿਸ ਤਰੀਕੇ ਨਾਲ ਮਿਲਣਾ, ਕਿਵੇਂ ਗਿਆਨ ਇਕੱਠਾ ਕੀਤਾ ਜਾ ਸਕਦਾ, ਇਹ ਗੱਲਾਂ ਦੱਸਦਾ ਨਹੀਂ। ਤੇ ਕੀ ਕਰਦਾ, ਆਪਣੇ ਮਗਰ ਵਹੀਰਾਂ ਲੈ ਕੇ ਤੁਰਿਆ ਫਿਰਦਾ ਵੀ ਮੇਰੀ ਮਾਨਤਾ ਵੀ ਵੱਧ ਹੈ, ਮੇਰੀ ਦੁਕਾਨ ਵੀ ਚੱਲ ਰਹੀ ਹੈ, ਮੇਰਾ ਪੇਟ ਵੀ ਚੱਲ ਰਿਹਾ, ਭਰ ਰਿਹਾ, ਤੇ ਜਦੋਂ ਮੇਰੀਆਂ ਸਾਰੀਆਂ ਲੋੜਾਂ ਸਿਰਫ ਇਹਨਾਂ ਦੇ ਸਿਰ ਤੇ ਪੂਰੀਆਂ ਹੋ ਰਹੀਆਂ ਨੇ, ਤੇ ਫਿਰ ਮੈਂ ਇਹਨਾਂ ਨੂੰ ਕਿਉਂ ਸੋਝੀ ਦੇਵਾਂਗਾ ਵੀ ਭਾਈ ਤੁਸੀਂ ਵੀ ਗਿਆਨ ਇਕੱਠਾ ਕਰ ਲਓ। ਫਿਰ ਹੁੰਦਾ ਕੀ ਹੈ, ਉਹ ਇਹ ਦੱਸਣ ਦੀ ਬਜਾਏ ਵੀ ਗਿਆਨ ਇਕੱਠਾ ਕਰ ਲਓ, ਕੀ ਦੱਸਦਾ, ਆਪਣੇ ਕੋਲੋਂ ਵਿਚਾਰਾਂ ਦਿੰਦਾ। ਆਪਣੇ ਕੋਲੋਂ ਵਿਚਾਰਾਂ ਕੀ ਦਿੰਦਾ, ਤੁਸੀਂ ਇਦਾਂ ਕਰ ਲਓ, ਆਹ ਠੀਕ ਹੈ, ਤੁਸੀਂ ਇਦਾਂ ਕਰ ਲਓ, ਆਹ ਭਲਾ ਹੈ। ਬਸ ਇਹ ਨਹੀਂ ਦੱਸਦਾ ਵੀ ਜਿੱਦਾਂ ਮੈਂ ਬੈਠਾ ਭਰਾ, ਤੁਸੀਂ ਵੀ ਇਦਾਂ ਗਿਆਨ ਇਕੱਠਾ ਕਰਕੇ ਤੇ ਆਪਣਾ ਜੀਵਨ ਜਿਹੜਾ ਉਹਨੂੰ ਤੁਸੀਂ ਸਵਾਰ ਸਕਦੇ ਹੋ। ਉਹ ਲੋਕਾਂ ਨੂੰ ਆਪਣੇ ਮਗਰ ਲਾ ਕੇ ਤੁਰਿਆ ਫਿਰਦਾ। ਸਤਿਗੁਰੂ ਜੀ ਨੇ ਇਸੇ ਕਰਕੇ ਬਾਣੀ ਦੇ ਵਿੱਚ ਆਖਿਆ ਸੀ, ਮਾਲਕ ਜੀ ਨੇ, ਭਗਤ ਕਬੀਰ ਸਾਹਿਬ ਜੀ ਨੇ ਜਿੱਥੇ ਇਹ ਜ਼ਿਕਰ ਕੀਤਾ ਨਾ, ਉੱਥੇ ਸਤਿਗੁਰੂ ਜੀ ਆਪਣੀ ਬਾਣੀ ਦੇ ਅੰਦਰ ਇਸ ਗੱਲ ਦੀ ਵੀ ਪ੍ਰੋੜਤਾ ਕਰਦੇ ਨੇ, ਕਹਿੰਦੇ ਇੱਕ ਇਨਸਾਨ ਉਹ ਹੈ ਜਿਹੜਾ ਆਪਣੇ ਜੀਵਨ ਦੇ ਅੰਦਰ ਉਹਨੇ ਵੇਦਾਂ ਦੀ ਵਿਚਾਰ ਬਹੁਤ ਕੀਤੀ, ਵੇਦਾਂ ਨੂੰ ਸਮਝਿਆ ਬਹੁਤ, ਵੇਦਾਂ ਨੂੰ ਪੜ੍ਹਿਆ ਬਹੁਤ ਉਹਨੇ ਆਪਣੇ ਜੀਵਨ ਦੇ ਅੰਦਰ, ਪਰ ਅਫਸੋਸ ਇਸ ਗੱਲ ਦਾ ਵੀ ਉਹਨੇ ਜਿਹੜੀਆਂ ਵੇਦਾਂ ਤੇ ਗ੍ਰੰਥਾਂ ਨੂੰ ਪੜ੍ਹਿਆ ਨਾ, ਧਾਰਮਿਕ ਗ੍ਰੰਥਾਂ ਦਾ ਗਿਆਨ ਵੀ ਜਿਹੜਾ ਉਹਨੇ ਇਕੱਠਾ ਕੀਤਾ, ਉਹ ਕੇਵਲ ਤੇ ਕੇਵਲ ਲੋਕਾਂ ਨੂੰ ਭਰਮ ਦੇ ਵਿੱਚ ਪਾਉਣ ਵਾਸਤੇ ਹੀ ਇਕੱਠਾ ਕੀਤਾ, ਇਦੋਂ ਵੱਧ ਨਹੀਂ, ਸਿਰਫ ਲੋਕਾਂ ਨੂੰ ਭਰਮ ਵਿੱਚ ਪਾਉਣਾ। ਲੋਕਾਂ ਨੇ ਵਹੀਰਾਂ ਕੱਤ ਲਈਆਂ। ਧਰਮ ਦੀ ਦੁਨੀਆ ਹੈ, ਤੇ ਧਰਮ ਦੀ ਦੁਨੀਆ ਵਿੱਚ ਲਕੀਰ ਦੇ ਫਕੀਰ ਬਣ ਕੇ ਚੱਲਣ ਦਾ, ਖਿਮਾ ਕਰਿਓ ਮੈਂ ਲਫ਼ਜ਼ ਵਰਤ ਰਿਹਾ, ਲਕੀਰ ਦੇ ਫਕੀਰ ਬਣ ਕੇ ਚੱਲਣ ਦਾ ਰਿਵਾਜ ਹੈ। ਤੁਰੇ ਜਾਂਦੇ ਨੇ ਲੋਕ, ਪਰ ਚਾਹੀਦਾ ਇਹ ਸੀ, ਕਿਉਂਕਿ ਆਪਾਂ ਪਹਿਲਾਂ ਇੱਕ ਸ਼ਲੋਕ ਭਗਤ ਜੀ ਦਾ ਵਿਚਾਰ ਕੇ ਆਏ ਹਾਂ, ਕਬੀਰ ਜਹਾਂ ਗਿਆਨ ਤਹਾਂ ਧਰਮ ਹੈ। ਇਸ ਸ਼ਲੋਕ ਨੂੰ ਸਮਝ ਕੇ ਹੀ ਅਸੀਂ ਧਰਮ ਕਮਾ ਸਕਦੇ ਹਾਂ, ਨਹੀਂ ਤੇ ਅਸੀਂ ਵੀ ਵਹੀਰਾਂ ਕੱਤ ਕੇ ਤੁਰੇ ਚੱਲਾਂਗੇ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ, ਜਾਂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ, ਉਹ ਦੋਵੇਂ ਸ਼ਖਸ ਵੀ, ਭਾਈ ਲਹਿਣਾ ਜੀ ਤੇ ਗੁਰੂ ਅਮਰਦਾਸ ਸਾਹਿਬ ਜੀ ਵੀ, ਕਦੇ ਆਪਣੇ ਨਾਲ ਵਹੀਰਾਂ ਲੈ ਲੈ ਕੇ ਜਾਂਦੇ ਨੇ ਵੀ ਚਲੋ ਚੱਲੀਏ ਆਪਾਂ, ਪਰ ਜਿੱਦਣ ਗਿਆਨ ਮਿਲਿਆ, ਸੋਝੀ ਹੋਈ ਜਾਂ ਸਮਝ ਲੱਗੀ, ਉਦਣ ਛੱਡਤਾ ਸਾਰਾ ਕੁਝ। ਨਹੀਂ ਤੇ ਗੁਰੂ ਅੰਗਦ, ਭਾਈ ਲਹਿਣਾ ਜੀ ਜਿਹੜੇ 20 ਸਾਲ
ਜਾਂਦੇ ਰਹੇ ਦੇਵੀ ਦੇ ਦਰਸ਼ਨਾਂ ਵਾਸਤੇ, ਜਾਂ ਇੱਧਰ ਧੰਨ ਗੁਰੂ ਅਮਰਦਾਸ ਪਾਤਸ਼ਾਹ 20 ਸਾਲ ਜਾਂਦੇ ਰਹੇ ਤੀਰਥ ਸਥਾਨਾਂ ਤੇ, ਕਿੰਨਾ ਕਿੰਨੇ ਲੋਕਾਂ ਨੂੰ ਇਕੱਠੇ ਕਰਕੇ ਲਿਜਾਂਦੇ ਰਹੇ ਨੇ। ਔਰ ਪੜ੍ਹਿਓ ਕਦੇ ਇਤਿਹਾਸ ਦੇ ਪੰਨੇ, ਗੁਰੂ ਅਮਰਦਾਸ ਸਾਹਿਬ ਜੀ ਆਗੂ ਬਣ ਕੇ ਤੁਰਿਆ ਕਰਦੇ ਸੀ ਵੀ ਮੈਂ ਤੁਹਾਡਾ ਆਗੂ ਆ, ਤੇ ਮਤਲਬ ਜਿਹਨੂੰ ਕਹਿ ਸਕਦੇ ਆ ਵੀ ਸਾਰਾ ਪ੍ਰਬੰਧ ਕਰਨ ਵਾਲੇ। ਉਹਨਾਂ ਨੇ ਸਾਰਾ ਪ੍ਰਬੰਧ ਕਰਕੇ ਤੇ ਲੈ ਕੇ ਜਾਣਾ ਲੋਕਾਂ ਨੂੰ ਵੀ ਚਲੋ ਤੁਹਾਨੂੰ ਤੀਰਥ ਸਥਾਨਾਂ ਤੇ ਲੈ ਕੇ ਚੱਲੀਏ। ਲੋਕਾਂ ਨੇ ਵੀ ਤੁਰ ਪੈਣਾ। ਭਾਈ ਲਹਿਣਾ ਜੀ ਵੀ ਇਸੇ ਤਰ੍ਹਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਗੂ ਬਣ ਕੇ ਤੇ ਜਾਣਾ ਵੀ ਚਲੋ ਭਾਈ ਚੱਲੀਏ ਦੇਵੀ ਦੇ ਦਰਸ਼ਨਾਂ ਵਾਸਤੇ, ਤੁਰ ਪੈਣਾ। ਪਰ ਜਿੱਦਣ ਸਮਝ ਲੱਗੀ ਉਦਣ ਫਿਰ ਛੱਡਤਾ। ਉਦਣ ਉਹਨਾਂ ਨੂੰ ਕਹਿਤਾ ਤੁਸੀਂ ਜਾਣਾ ਚਲੇ ਜਾਓ, ਪਰ ਮੈਂ ਤੁਹਾਡੇ ਨਾਲ ਹੁਣ ਨਹੀਂ ਜਾਣਾ। ਜਿੱਦਣ ਸਮਝ ਲੱਗ ਗਈ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ, ਉਦਣ ਉਹਨਾਂ ਨੇ ਤਿਆਗਤਾ ਸਾਰਾ ਕੁਝ ਹੀ ਵੀ ਹੁਣ ਨਹੀਂ ਮੈਂ ਜਾਣਾ ਭਾਈ। ਆ 20 ਸਾਲ ਕਿੰਨਾ ਚਿਰ ਮੈਂ ਤੁਹਾਡੇ ਨਾਲ ਜਾਂਦਾ ਰਿਹਾ, 6-6 ਮਹੀਨੇ ਵੀ ਲਾ ਕੇ ਆਉਂਦੇ ਰਹੇ ਆ ਤੀਰਥ ਸਥਾਨਾਂ ਦੇ ਉੱਤੇ, ਸਾਰੇ ਤੀਰਥਾਂ ਦੇ ਦਰਸ਼ਨ ਵੀ ਕੀਤੇ, ਸਾਰੇ ਤੀਰਥਾਂ ਤੇ ਇਸ਼ਨਾਨ ਵੀ ਕੀਤਾ, ਪਰ ਹੁਣ ਨਹੀਂ ਜਾਣਾ। ਕਿਉਂਕਿ ਹੁਣ ਇਸ ਗੱਲ ਦੀ ਸਮਝ ਲੱਗ ਗਈ ਨਾ ਵੀ ਜੇ ਜੀਉ ਨਿਰਮਲ ਹੈ ਤਾਂ ਹੀ ਬਾਹਰੋਂ ਨਿਰਮਲ ਰਹਿਣ ਦਾ ਲਾਹਾ ਹੈ, ਤੇ ਜੇ ਬਾਹਰੋਂ ਨਿਰਮਲ ਹੈ ਜੀਉ ਮੈਲ ਹੀ ਚੁੱਕੀ ਫਿਰਦੇ ਆ ਤੇ ਫਿਰ ਉਹਦਾ ਕੀ ਫਾਇਦਾ, ਉਹਦਾ ਲਾਭ ਕੀ। ਸਮਝ ਜਦੋਂ ਲੱਗੀ ਉਦੋਂ ਛੱਡਤਾ। ਫਿਰ ਲੋਕਾਂ ਨੂੰ ਸਮਝਾਇਆ ਭਾਈ ਬਾਹਰੋਂ ਨਿਰਮਲ ਜੀਉ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿੰਨੀ ਖੱਟਿਆ ਭਲੇ ਸੇ ਵਣਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਫਿਰ ਸਮਝ ਲੱਗੀ ਭਾਈ। ਫਿਰ ਲੋਕਾਂ ਨੂੰ ਵੀ ਸਮਝਾਇਆ ਵੀ ਤੁਸੀਂ ਐਵੇਂ ਇਸ ਭਰਮ ਵਿੱਚ ਨਾ ਤੁਰੇ ਫਿਰੋ ਵੀ ਤੀਰਥਾਂ ਤੇ ਜਾ ਕੇ ਤੁਹਾਡਾ ਆਪਾ ਨਿਰਮਲ ਹੋ ਜਾਏਗਾ, ਜਾਂ ਤੁਸੀਂ ਤੀਰਥਾਂ ਤੇ ਜਾ ਕੇ ਆਪਣੇ ਜੀਵਨ ਨੂੰ ਨਿਰਮਲ ਕਰ ਲਓਗੇ। ਇਹ ਗੱਲ ਛੱਡ ਦਿਓ। ਤੁਹਾਡਾ ਬਾਹਰੋਂ ਤੇ ਤੁਸੀਂ ਨਿਰਮਲ ਹੋ ਸਕਦੇ ਹੋ, ਬਾਹਰੀ ਤੌਰ ਉੱਤੇ ਤੁਸੀਂ ਮੈਲ ਉਤਾਰ ਸਕਦੇ ਹੋ, ਪਰ ਜਿਹੜੀ ਜੀ ਦੀ ਮੈਲ ਹੈ, ਅੰਦਰਲੀ ਮੈਲ ਹੈ, ਉਹ ਨਹੀਂ ਏਦਾਂ ਲੱਥਣੀ, ਤੇ ਉਹਦੇ ਲਈ ਤੁਹਾਨੂੰ ਕੁਝ ਨਾ ਕੁਝ ਖੱਟਣਾ ਤੇ ਕੁਝ ਨਾ ਕੁਝ ਕਮਾਉਣਾ ਪੈਣਾ। ਫਿਰ ਉੱਥੇ ਜਦੋਂ ਸਮਝ ਲੱਗ ਗਈ ਉਹਨਾਂ ਨੇ ਛੱਡਤਾ ਤੀਰਥ ਸਥਾਨਾਂ ਤੇ ਵੀ ਜਾਣਾ। ਧਰਮ ਜਦੋਂ ਵੀ ਕਮਾਉਣਾ, ਵੇਖੋ ਪਹਿਲੋਂ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਵੀ ਧਰਮ ਕਦੇ ਕਿਸੇ ਵੱਲ ਵੇਖ ਕੇ ਨਾ ਕਮਾਓ। ਸਾਡਾ ਮਨ ਕੀ ਕਹਿ ਰਿਹਾ ਉਸ ਵਿਚਾਰ ਨੂੰ ਸੋਚੋ ਤੇ ਸਮਝੋ ਵੀ ਮੇਰਾ ਮਨ ਕੀ ਕਹਿ ਰਿਹਾ। ਤੇ ਦੂਜੀ ਗੱਲ, ਧਰਮ ਕਮਾਉਣ ਲੱਗਿਆਂ ਜਦੋਂ ਵੀ ਕਮਾਉਣਾ ਉਦੋਂ ਪਹਿਲਾਂ ਗਿਆਨ ਨੂੰ ਆਪਣੇ ਜੀਵਨ ਅੰਦਰ ਵਿਚਾਰ ਲੈਣਾ ਜ਼ਿਆਦਾ ਜ਼ਰੂਰੀ ਹੈ ਵੀ ਮੈਂ ਜੋ ਕਮਾਉਣ ਲੱਗਿਆ ਉਹ ਠੀਕ ਹੈ, ਕਿਤੇ ਮੈਂ ਭਰਮ ਤੇ ਨਹੀਂ ਕਮਾਉਣ ਲੱਗਾ। ਕਿ ਜੇ ਮੈਂ ਇਹ ਕੰਮ ਕਰਾਂ ਤੇ ਸੱਚਮੁੱਚ ਇਹ ਧਰਮ ਦੇ ਨਾਮ ਤੇ ਗਿਣਿਆ ਜਾਏਗਾ ਕਿ ਕੇਵਲ ਇੱਕ ਭਰਮ ਜਿਹਾ ਬਣ ਕੇ ਇਹਨੇ ਵੀ ਰਹਿ ਜਾਣਾ। ਧਰਮ ਕਮਾਉਣ ਤੋਂ ਪਹਿਲਾਂ ਸੋਚੋ ਵੀ ਗਿਆਨ ਜਿਹੜਾ ਹੈ ਨਾ, ਜਦੋਂ ਉਹ ਸਾਡੇ ਕੋਲ ਹੋਏਗਾ ਫਿਰ ਸਾਡਾ ਹਰ ਇੱਕ ਕੀਤਾ ਹੋਇਆ ਕਰਮ ਧਰਮ ਬਣ ਜਾਏਗਾ। ਪਰ ਜਦੋਂ ਸਾਡੇ ਕੋਲ ਗਿਆਨ ਹੀ ਨਾ ਹੋਇਆ, ਹੋ ਸਕਦਾ ਅਸੀਂ ਧਰਮ ਆਪਣੇ ਜਾਣੇ ਅਸੀਂ ਧਰਮ ਕਮਾ ਰਹੇ ਹਾਂ, ਪਰ ਉਹ ਧਰਮ ਦੇ ਨਾਮ ਤੇ ਵੀ ਅਸੀਂ ਭਰਮ ਕਮਾਉਂਦੇ ਹੋਈਏ, ਕਿਉਂਕਿ ਗਿਆਨ ਹੀ ਨਹੀਂ ਹੈ ਕੋਲੇ। ਹੁਣ ਸਾਨੂੰ ਕੀ ਪਤਾ ਜਦੋਂ ਤੱਕ ਸਾਡੇ ਕੋਲ ਗਿਆਨ ਹੀ ਨਹੀਂ ਹੈ। ਹੁਣ ਜਿਨ੍ਹਾਂ ਕੋਲ ਗਿਆਨ ਨਹੀਂ ਉਹਨਾਂ ਨੂੰ ਤੇ ਲੋਕਾਂ ਨੇ ਇਹ ਵੀ ਕਹਿਤਾ ਵੀ ਚਲੋ ਭਾਈ ਜਾ ਕੇ ਰੁੱਖਾਂ ਨੂੰ ਮੱਥੇ ਟੇਕ ਦੋ, ਉਹਨਾਂ ਨੇ ਟੇਕਦੇ ਜਾ ਕੇ। ਹੁਣ ਉਹ ਆਪਣੇ ਜਾਣੇ ਤੇ ਧਰਮ ਹੀ ਕਮਾ ਰਹੇ ਨੇ ਨਾ, ਕਿਉਂਕਿ ਉਹਨਾਂ ਕੋਲ ਗਿਆਨ ਨਹੀਂ। ਜਦੋਂ ਗਿਆਨ ਨਹੀਂ ਸੀ, ਇੱਕ ਬੰਦੇ ਨੇ ਵੇਖਿਆ ਵੀ ਮੇਰਾ ਵਧੀਆ ਤੋਰੀ ਫੁਲਕਾ ਚੱਲਦਾ, ਜੇ ਰੁੱਖ ਤੇ ਜਾ ਕੇ ਮੱਥਾ ਟੇਕੇਗਾ। ਔਰ ਤੁਸੀਂ ਇਸ ਗੱਲ ਨੂੰ ਕਦੇ ਵਿਚਾਰ ਕੇ ਵੇਖਿਓ, ਜਿੱਥੇ ਰੁੱਖਾਂ ਦੀ ਪੂਜਾ ਹੁੰਦੀ ਨਾ, ਜਿਹੜੇ ਰੁੱਖਾਂ ਦੀ ਪੂਜਾ ਹੁੰਦੀ ਹੈ ਉਹਨਾਂ ਦੀ ਮਲਕੀਅਤ ਬਣਾ ਕੇ ਬੈਠੇ ਨੇ ਲੋਕ ਵੀ ਇੱਥੇ ਜਿਹੜਾ ਧਨ ਹੋਏਗਾ, ਜਿਹੜੇ ਲੋਕ ਆ ਕੇ ਚੜਾਵਾ ਚੜਾਉਣਗੇ ਉਹ ਸਾਰੇ ਦਾ ਸਾਰਾ ਮੇਰਾ। ਲੋਕ ਮਾਲਕ ਬਣ ਕੇ ਬੈਠੇ ਰੁੱਖਾਂ ਦੇ ਵੀ। ਹੁਣ ਅਗਲਿਆਂ ਦਾ ਤੋਰੀ ਫੁਲਕਾ ਚੱਲਦਾ, ਅਗਲਿਆਂ ਦਾ ਵਧੀਆ ਪੇਟ ਭਰਦਾ, ਤੇ ਅਗਲਾ ਕਿੱਦਾਂ ਕਹਿ ਦੇਗਾ ਵੀ ਤੁਸੀਂ ਆ ਕੇ ਇੱਥੇ ਪੈਸੇ ਨਾ ਰੱਖੋ, ਜਾਂ ਤੁਸੀਂ ਆ ਕੇ ਇੱਥੇ ਮੱਥਾ ਨਾ ਟੇਕੋ, ਤੁਸੀਂ ਆ ਕੇ ਇੱਥੇ ਨੱਕ ਨਾ ਰਗੜੋ, ਤੁਸੀਂ ਆ ਕੇ ਇੱਥੇ ਤੇਲ ਨਾ ਚੜਾਓ, ਤੁਸੀਂ ਇੱਥੇ ਆ ਕੇ ਕੋਈ ਪਦਾਰਥ ਭੇਟਾ ਨਾ ਕਰੋ। ਅਗਲਾ ਕਿੱਦਾਂ ਕਹੇਗਾ? ਅਗਲਾ ਤੇ ਇਹ ਕਹੇਗਾ ਭਾਈ ਜਿੱਥੇ ਤੁਸੀਂ ਇੰਨਾ ਕੁ ਲੈ ਕੇ ਆਉਂਦੇ ਹੋ ਉੱਥੇ ਹੋਰ ਵੱਧ ਲੈ ਕੇ ਆਇਆ ਕਰੋ, ਕਿਉਂਕਿ ਅਗਲੇ ਦਾ ਵਧੀਆ ਕਾਰੋਬਾਰ ਚੱਲ ਰਿਹਾ। ਹੁਣ ਜੇ ਸਾਡੇ ਕੋਲ ਗਿਆਨ ਹੁੰਦਾ ਤੇ ਅਸੀਂ ਸਮਝ ਲੈਂਦੇ ਵੀ ਇਹਨੂੰ ਰੁੱਖ ਨੇ ਸਾਨੂੰ ਕੀ ਦੇਣਾ, ਵੀ ਮੈਂ ਰੁੱਖ ਦੀਆਂ ਜੜ੍ਹਾਂ 'ਚ ਤੇਲ ਪਾਈ ਜਾਵਾਂ ਤੇ ਰੁੱਖ ਮੈਨੂੰ ਕੀ ਦੇ ਦੇਗਾ, ਜਾਂ ਮੈਂ ਰੁੱਖ ਦੇ ਉੱਤੇ ਜਾ ਕੇ ਧਾਗੇ ਬੰਨੀ ਜਾਵਾਂ ਤੇ ਰੁੱਖ ਨੇ ਮੈਨੂੰ ਕੀ ਦੇ ਦੇਣਾ, ਜੇ ਮੈਂ ਰੁੱਖ ਦੇ ਉੱਤੇ ਜਾ ਕੇ ਚੁੰਨੀਆਂ ਬੰਨੀ ਜਾਵਾਂ ਤੇ ਰੁੱਖ ਨੇ ਮੈਨੂੰ ਕੀ ਦੇ ਦੇਣਾ, ਜਾਂ ਰੁੱਖ ਦੇ ਅੱਗੇ ਜਾ ਕੇ ਮੈਂ ਨਾਰੀਅਲ ਰੱਖ ਦਾਂਗਾ ਤੇ ਰੁੱਖ ਨੇ ਮੈਨੂੰ ਕੀ ਦੇਣਾ। ਜਦੋਂ ਤੱਕ ਸਾਡੇ ਕੋਲ ਗਿਆਨ ਨਹੀਂ ਉਹਨਾਂ 'ਚ ਰਹੀ ਇਹ ਸਾਰੇ ਕੰਮ ਕਰਾਂਗੇ। ਆਪਣੇ ਜਾਣੇ ਅਸੀਂ ਧਰਮ ਕਮਾ ਰਹੇ ਹਾਂ, ਪਰ ਹੈ ਕੀ? ਭਰਮ। ਜੇ ਗਿਆਨ ਹੁੰਦਾ ਕਦੇ ਵੀ ਨਹੀਂ ਸੀ ਕਰਦੇ।
ਹੁਣ ਇੱਕ ਛੋਟਾ ਜਿਹਾ ਪੱਖ ਹੋਰ ਰੱਖਦਾ, ਇਸ ਗੱਲ ਨੂੰ ਸ਼ਾਇਦ ਤੁਸੀਂ ਕਦੇ ਨੋਟ ਕੀਤਾ ਹੋਵੇ, ਜੇ ਨਹੀਂ ਕੀਤਾ ਤੇ ਹੁਣ ਕਰਿਓ। ਕਿਸੇ ਨਹਿਰ ਦੇ ਕਿਨਾਰੇ ਜਾਂ ਦਰਿਆ ਦੇ ਕਿਨਾਰੇ ਕਿਨਾਰੇ ਤੁਰੇ ਜਾਓ, ਕਿੰਨੇ ਥਾਂ ਮਿਲ ਜਾਣਗੇ ਬਣੇ ਹੋਏ। ਹੋ ਸਕਦਾ ਵੇਖਣ ਨੂੰ ਉੱਥੇ ਸਾਨੂੰ ਕੋਈ ਬੰਦਾ ਵੀ ਨਾ ਮਿਲੇ, ਪਰ ਕਦੇ ਨੋਟ ਕਰਿਓ ਉਹਨਾਂ ਦੀ ਵੀ ਮਲਕੀਅਤ ਹੈ, ਉੱਥੇ ਵੀ ਬੈਠੇ ਨੇ, ਆਪਣਾ ਆਪਣੀ ਮੱਟੀ ਬਣਾ ਕੇ, ਆਪਣਾ ਆਪਣਾ ਅਸਥਾਨ ਬਣਾ ਕੇ ਵੀ ਆ ਮੇਰਾ ਤੇ ਆ ਤੇਰਾ। ਤੇ ਉਹ ਜਿਹੜੇ ਅਸਥਾਨ ਬਣਾ ਕੇ ਬੈਠੇ, ਹੁਣ ਜਿਹੜੇ ਅਸਥਾਨ, ਜਿਹਦੇ ਅਸਥਾਨ ਤੇ ਲੋਕੀ ਚੜਾਵਾ ਚੜਾਉਣਗੇ ਉਹ ਉਹਦਾ, ਤੇ ਉਹਨੇ ਕੀ ਕਹਿਣਾ ਵੀ ਇੱਥੇ ਆ ਕੇ ਨਾ ਚੜਾਇਆ ਕਰੋ। ਹੁਣ ਜੇ ਸਾਡੇ ਕੋਲ ਗਿਆਨ ਹੁੰਦਾ, ਸਾਨੂੰ ਪਤਾ ਲੱਗਦਾ ਵੀ ਨਹੀਂ ਪਾਣੀ ਦੇ ਵਿੱਚ ਕੁਝ ਸੁੱਟਣਾ ਸਾਨੂੰ ਮਿਲੇਗਾ ਨਹੀਂ ਕੁਝ, ਸਗੋਂ ਹੋ ਸਕਦਾ ਅਸੀਂ ਗਵਾਹ ਬਹੁਤ ਕੁਝ ਲਈਏ। ਗਵਾਹ ਕੀ ਕੁਝ ਲੈਣਾ? ਜਦੋਂ ਪਾਣੀ 'ਚ ਕੋਈ ਵਸਤੂ ਪਦਾਰਥ ਸੁੱਟਾਂਗੇ, ਪਦਾਰਥ ਪਤਾ ਨਹੀਂ ਕਿੱਦਾਂ ਦਾ ਜਾਂ ਕਿੱਦਾਂ ਦਾ ਨਹੀਂ, ਪਰ ਅਸੀਂ ਜਦੋਂ ਪਾਣੀ 'ਚ ਸੁੱਟਿਆ ਉਹਨੇ ਪਾਣੀ ਤੇ ਗੰਦਲਾ ਕਰ ਦੇਣਾ ਨਾ। ਪਾਣੀ ਗੰਦਲਾ ਹੋਣ ਨਾਲ ਅਸੀਂ ਗਵਾਹ ਕਿੰਨਾ ਕੁਝ ਲੈਣਾ, ਮਿਲਣਾ ਨਾ ਮਿਲਣਾ ਬਾਅਦ ਦੀਆਂ ਗੱਲਾਂ। ਹੁਣ ਜੇ ਗਿਆਨ ਹੁੰਦਾ ਫਿਰ ਅਸੀਂ ਸੋਚਦੇ ਵੀ ਇਹਨੂੰ ਧਰਮ ਕੌਣ ਕਹਿੰਦਾ, ਇਹ ਧਰਮ ਨਹੀਂ ਹੈ, ਇਹ ਤੇ ਮੈਂ ਭਰਮ ਕਮਾਉਣ ਲੱਗਾ। ਪਰ ਬਾਤ ਕੀ ਹੈ, ਜਿਹੇ ਮਾਰਗ ਪੰਡਤ ਕਹੇ, ਮੈਂ ਵੇਖਿਆ ਲੋਕਾਂ ਨੂੰ ਵੀ ਲੋਕ ਲੈ ਲੈ ਕੇ ਨਾਰੀਅਲ ਨਹਿਰ ਵਿੱਚ ਸੁੱਟਦੇ ਨੇ, ਮੈਂ ਪਿੱਛੇ ਕਿਉਂ ਰਹਿ ਜਾ? ਤੇ ਮੈਂ ਵੀ ਬੰਨ ਕੇ ਧਾਗਾ ਜਿਹਾ, ਲੋਕਾਂ ਨੇ 2 ਕਵਲ ਜੇ ਚੜਾਏ, ਮੈਂ ਫੜ ਕੇ ਸਾਰੇ ਦਾ ਸਾਰਾ ਪਿੰਨਾ ਹੀ ਲਵੇਟਤਾ। ਵੀ ਇਦਾਂ ਕਿੱਦਾਂ ਹੋ ਜਾਏਗਾ ਵੀ ਲੋਕ 1 ਸੁੱਟਣ ਤੇ ਮੈਂ 2 ਨਾ ਸੁੱਟਾਂ? ਲੋਕਾਂ ਕੋਲ ਹੋ ਸਕਦਾ ਪੈਸੇ ਦੀ ਕਮੀ ਹੋਵੇ, ਭਾਈ ਉਹਨਾਂ ਨੇ 1 ਨਾਰੀਅਲ ਖਰੀਦਿਆ, ਮੇਰੇ ਕੋਲ ਰੱਬ ਨੇ ਪੈਸੇ ਬੜੇ ਦਿੱਤੇ, ਮੈਂ 2 ਖਰੀਦ ਕੇ ਸੁੱਟਾਂਗਾ। ਸਾਡੀ ਸੋਚ ਤੇ ਇਹ ਹੀ ਹੈ ਨਾ। ਪਰ ਬਾਤ ਇਹ ਨਹੀਂ ਹੈ ਵੀ ਅਸੀਂ ਕੀ ਕਮਾਉਣ ਲੱਗੇ। ਹੁਣ ਇੱਥੇ ਆ ਕੇ ਲੋਕਾਂ ਮਗਰ ਲੱਗ ਕੇ ਚੱਲਣ ਦੀ ਗੱਲ ਨਹੀਂ, ਇੱਥੇ ਇਹ ਹੈ ਵੀ ਮੇਰੇ ਕੋਲ ਗਿਆਨ ਹੋਵੇ ਤੇ ਗਿਆਨ ਦੇ ਆਧਾਰ ਤੇ ਫਿਰ ਮੈਂ ਧਰਮ ਕਮਾਵਾਂ। ਹੁਣ ਕਿੱਡਾ ਚੰਗਾ ਹੁੰਦਾ ਮੈਂ ਨਾਰੀਅਲ ਖਰੀਦਿਆ, ਬੜੀ ਚੰਗੀ ਗੱਲ ਹੈ। ਇਹ ਨਹੀਂ ਵੀ ਨਾਰੀਅਲ ਖਰੀਦਣਾ ਹੀ ਨਹੀਂ, ਖਰੀਦਿਆ ਘਰ ਦੇ ਵਿੱਚ ਜਾਂ ਤੇ ਲੈ ਜਾਓ, ਜਾ ਕੇ ਬੱਚਿਆਂ ਨੂੰ ਖਾਓ, ਬੱਚੇ ਕਹਿਣ ਵੀ ਅੱਜ ਬਾਪੂ ਸਾਡਾ ਨਾਰੀਅਲ ਲੈ ਕੇ ਆਇਆ, ਤੇ ਜਾਂ ਉੱਥੇ ਕਿਸੇ ਗਰੀਬ ਨੂੰ ਫੜਾ ਦਿਓ। ਕਿਉਂਕਿ ਜੇ ਨਹਿਰ 'ਚ ਵੀ ਸੁੱਟ ਦਾਂਗੇ ਤੇ ਉੱਥੋਂ ਵੀ ਤੇ ਅਗਲਿਆਂ ਨੇ ਕੱਢ ਕੇ ਮੁੜ ਕੇ ਵੇਚਣਾ ਹੀ ਹੈ, ਫਿਰ ਤੈਨੂੰ ਵੇਚ ਦੇਣਗੇ ਅਗਲੇ। ਹੋਣਾ ਤੇ ਆਹੀ ਕੁਛ। ਇਹ ਨਹੀਂ ਵੀ ਹੁਣ ਇੱਕ ਤੁਸੀਂ ਇਸ ਗੱਲ ਨੂੰ ਵੀ ਨੋਟ ਕਰਿਓ ਵੀ ਜਦੋਂ ਆਪਾਂ ਸੁੱਟ ਰਹੇ ਹਾਂ, ਕੋਈ ਉੱਥੇ ਲੋਕ ਜਿਹੜੇ ਨੇ ਉਹ ਜਾਲੀਆਂ ਚੁੱਕ ਚੁੱਕ ਤੁਰੇ ਫਿਰਦੇ, ਵੀ ਉਹਨੇ ਸੁੱਟਣਾ, ਆਪਾਂ ਉਸੇ ਵਕਤ ਕੱਢ ਲੈਣਾ, ਜਾ ਕੇ ਫਿਰ ਦੁਕਾਨ ਤੇ ਵੇਚ ਦੇਣਾ, ਫਿਰ ਸਾਡੇ ਕੋਲ ਇਦਾਂ ਰੀਸਾਈਕਲ ਚੱਲ ਰਿਹਾ। ਤੇ ਉਹ ਅਗਲੇ ਕਿੱਦਾਂ ਕਹਿ ਦੇਣਗੇ? ਹੁਣ ਜਿਸ ਬੰਦੇ ਨੇ 10 ਰੁਪਏ ਦਾ ਨਾਰੀਅਲ ਲਿਆ, ਉਹਨੇ ਲੈ ਕੇ ਨਹਿਰ 'ਚ ਸੁੱਟਤਾ, ਜਿਹਨੇ ਕੱਢਿਆ ਉਹਦਾ ਤੇ 1 ਰੁਪਈਆ ਵੀ ਨਹੀਂ ਲੱਗਾ, ਉਹਨੇ ਕੱਢ ਕੇ ਦੁਕਾਨ ਤੇ ਜਾ ਕੇ ਫਿਰ 5 ਦਾ ਵੇਚਤਾ। 5 ਰੁਪਏ ਦਾ ਲਾਭ ਉਹਨੂੰ ਹੋ ਗਿਆ, ਕੱਢਣ ਵਾਲੇ ਨੂੰ। ਤੇ ਜਿਹੜਾ ਖਰੀਦਣ ਵਾਲਾ ਹੈ, ਦੁਕਾਨਦਾਰ ਹੈ, ਉਹਨੇ 5 ਰੁਪਏ ਦੇ ਕੇ ਖਰੀਦ ਲਿਆ, ਉਹਨੇ ਤੈਨੂੰ 10 ਦਾ ਫੇਰ ਵੇਚਤਾ, ਫੇਰ 5 ਰੁਪਏ ਪ੍ਰੋਫਿਟ ਕਰਕੇ ਬੈਠਾ ਹੈ। ਤੇ ਤੂੰ ਕਹਿੰਦਾ ਮੈਂ ਧਰਮ ਕਮਾ ਰਿਹਾ। ਇਹ ਧਰਮ ਨਹੀਂ ਹੈ। ਧਰਮ ਕਮਾਉਣ ਲੱਗਿਆਂ ਸਭ ਤੋਂ ਪਹਿਲਾਂ ਸਾਡੇ ਕੋਲ ਗਿਆਨ ਦਾ ਹੋਣਾ ਜ਼ਰੂਰੀ ਹੈ। ਜਦੋਂ ਗਿਆਨ ਹੋਏਗਾ ਫਿਰ ਹੀ ਅਸੀਂ ਧਰਮ ਕਮਾ ਸਕਦੇ ਹਾਂ। ਤੇ ਭਗਤ ਕਬੀਰ ਸਾਹਿਬ ਕਹਿੰਦੇ, ਮੈਂ ਦੁਨੀਆ ਤੇ ਵੇਖਿਆ ਜਿਹੇ ਮਾਰਗ ਪੰਡਤ ਗਏ ਪਾਸ਼ਾ ਭਰੀ ਵਹੀਰ। ਐਵੇਂ ਲੋਕ ਉਹਨਾਂ ਦੇ ਮਗਰ ਲੱਗ ਲੱਗ ਕੇ ਤੁਰੇ ਜਾਂਦੇ, ਵਹੀਰਾਂ ਘੱਤ ਘੱਤ ਕੇ ਤੁਰੇ ਜਾਂਦੇ ਨੇ ਜਿਹੜੇ ਇਹ ਕਹਿੰਦੇ ਨੇ। ਹੁਣ ਉੱਥੇ ਮੈਂ ਫਿਰ ਦੁਬਾਰਾ ਤੁਹਾਡੇ ਚਰਨਾਂ 'ਚ ਕਹਿ ਰਿਹਾ, ਪੰਡਤ ਗਿਆਨਵਾਨ ਬੰਦਾ ਜਿਹੜਾ, ਹੁਣ ਉਹ ਗਿਆਨਵਾਨ ਲਾਲਚੀ ਹੋ ਸਕਦਾ, ਇਹਦੇ 'ਚ ਕੋਈ ਝੂਠ ਨਹੀਂ ਹੈ। ਉਹ ਆਪਣੇ ਤੋਰੀ ਫੁਲਕੇ ਨੂੰ ਚਲਾਉਣ ਲਈ, ਆਪਣੇ ਪੇਟ ਦੀ ਪੂਰਤੀ ਲਈ ਤੁਹਾਨੂੰ ਭਰਮ ਵਿੱਚ ਪਾ ਸਕਦਾ ਹੈ। ਜ਼ਰੂਰੀ ਨਹੀਂ ਵੀ ਉਹਨੇ ਜਿਹੜੀ ਵਿਚਾਰ ਦਿੱਤੀ ਹੈ ਉਹ ਠੀਕ ਹੀ ਹੈ। ਤੁਹਾਡੇ ਕੋਲ ਗਿਆਨ ਹੈ ਤੇ ਤੁਸੀਂ ਉਸ ਗਿਆਨ ਦੇ ਸਦਕਾ ਉਹਦੀ ਦਿੱਤੀ ਵਿਚਾਰ ਨੂੰ ਪਰਖੋ, ਪਰਖ ਕੇ ਤੇ ਫਿਰ ਉਹਦੀ ਵਿਚਾਰ ਉੱਤੇ ਅਮਲ ਕਰੋ। ਜੇ ਠੀਕ ਹੈ ਤੇ ਅਮਲ ਕਰ ਲਓ, ਜੇ ਨਹੀਂ ਠੀਕ ਤੇ ਫਿਰ ਛੱਡ ਦਿਓ। ਐਵੇਂ ਵਹੀਰਾਂ ਘੱਤ ਕੇ ਮਗਰ ਨਾ ਤੁਰੇ ਚੱਲੀਏ ਤੇ ਅਸੀਂ ਇਹ ਕਹੀ ਚੱਲੀਏ ਵੀ ਮੈਂ ਧਰਮ ਕਮਾਉਣ ਲੱਗਿਆ। ਉਦੋਂ ਬਾਅਦ ਚ ਨਾਲ ਕਹਿੰਦੇ, ਜਿਹੇ ਮਾਰਗ ਪੰਡਤ ਗਏ ਪਾਸ਼ਾ ਭਰੀ ਵਹੀਰ। ਪਰ ਭਗਤ ਜੀ ਕਹਿੰਦੇ, ਜਦੋਂ ਮੈਂ ਵੇਖਿਆ ਵੀ ਹੈ ਕੁਛ ਨਹੀਂ ਇਹਨਾਂ ਕੋਲ, ਇੱਕ ਅਬ ਘਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ। ਜਿਹੜਾ ਅਸਲ ਵਿੱਚ ਧਰਮ ਦਾ ਮਾਰਗ ਸੀ ਉਹ ਬੜਾ ਔਖਾ ਸੀ, ਬੜਾ ਕਠਿਨ ਸੀ, ਜਿਸ ਕਰਕੇ
ਉੱਥੇ ਵਹੀਰਾਂ ਦੀ ਬਜਾਏ ਕੋਈ ਟਾਵਾਂ ਟਾਵਾਂ, ਕੋਈ ਵਿਰਲਾ ਵਿਰਲਾ ਹੀ ਹੈ ਜਿਹੜਾ ਉਸ ਮਾਰਗ ਤੇ ਚੱਲ ਰਿਹਾ ਹੈ, ਤੇ ਜਿਹੜਾ ਲੋਕਾਂ ਨੂੰ ਵੇਖਣ ਲਈ ਬੜਾ ਸੌਖਾ ਜਿਹਾ ਲੱਗ ਰਿਹਾ, ਹੁਣ ਉਹ ਲੋਕ ਕੀ ਕਰ ਰਹੇ, ਉਹ ਕੰਮ ਕਰੀ ਜਾਂਦੇ ਨੇ, ਜਿਹੜਾ ਔਖਾ ਉਹਨੂੰ ਛੱਡੀ ਜਾਂਦੇ ਨੇ। ਹੁਣ ਇਸ ਕੰਮ ਨਾਲੋਂ ਸੌਖਾ ਹੈ ਜੇ ਆਪਾਂ ਕਹਿ ਦਈਏ ਭਾਈ ਧਰਮ ਕਮਾਉਣਾ ਜਿਹੜਾ ਨਾ, ਉਹ ਬੈਠ ਕੇ ਤੂੰ ਏਦਾਂ ਕਰਿਆ ਕਰ, ਆਪਣੇ ਧਰਮ ਦੇ ਮੁਤਾਬਕ ਆਪਣੇ ਧਾਰਮਿਕ ਗ੍ਰੰਥ ਨੂੰ ਪੜ੍ਹਿਆ ਕਰ, ਪੜ੍ਹ ਕੇ ਉਹਨੂੰ ਵਿਚਾਰਿਆ ਕਰ, ਵਿਚਾਰ ਕੇ ਕੋਸ਼ਿਸ਼ ਕਰਿਆ ਕਰ ਉਹਦੇ ਅਨੁਸਾਰ ਆਪਣਾ ਜੀਵਨ ਜਿਉਣ ਦੀ। ਹੁਣ ਇਹ ਕੰਮ ਬੜਾ ਲੰਮਾ ਪੈ ਜਾਣਾ, ਔਖਾ ਵੀ ਬਹੁਤ ਹੈ। ਪਹਿਲੋਂ ਧਾਰਮਿਕ ਗ੍ਰੰਥ ਪੜ੍ਹੋ, ਫਿਰ ਉਹਨੂੰ ਵਿਚਾਰੋ, ਫਿਰ ਸੋਚੋ ਵੀ ਹੁਣ ਇਦਾਂ ਤੁਰਨਾ ਕਿਵੇਂ, ਜਿਵੇਂ ਇਹ ਕਹਿ ਰਿਹਾ ਉਹ ਕਿਵੇਂ ਕਰਨਾ। ਤੇ ਉਦੋਂ ਸੌਖਾ ਹੈ ਕਿਸੇ ਨੂੰ ਪੁੱਛ ਲਓ ਵੀ ਦੱਸ ਭਾਈ ਧਰਮ ਕਿੱਦਾਂ ਕਮਾਈ ਦਾ, ਅਗਲਾ ਕਹਿੰਦਾ 4 ਪੈਸੇ ਮੇਰੇ ਅੱਗੇ ਰੱਖ ਦੇ, ਤੂੰ ਧਰਮੀ ਹੋਈ ਧਰਮੀ ਆ। ਆਹ ਕੰਮ ਸੌਖਾ ਹੈ, ਕਿੱਡਾ ਸੌਖਾ ਕੰਮ ਹੈ ਵੀ ਮੈਂ ਕਿੱਥੇ ਪਹਿਲੋਂ ਬੈਠਾਂਗਾ, ਧਾਰਮਿਕ ਗ੍ਰੰਥ ਦਾ ਪਹਿਲੋਂ ਸਤਿਕਾਰ ਕਰਾਂਗਾ, ਫਿਰ ਉਹਨੂੰ ਪੜ੍ਹਾਂਗਾ, ਪੜ੍ਹ ਕੇ ਪਤਾ ਨਹੀਂ ਸਮਝ ਲੱਗਣੀ ਕਿ ਨਹੀਂ ਲੱਗਣੀ, ਫਿਰ ਦੁਬਾਰਾ ਪੜ੍ਹਾਂਗਾ, ਫਿਰ ਉਹਨੂੰ ਵਿਚਾਰਾਂਗਾ। ਕਿੰਨਾ ਟਾਈਮ ਲੱਗ ਜਾਣਾ, ਘੱਟੋ ਘੱਟ 2 ਘੰਟੇ ਤੇ ਕਿਤੇ ਵੀ ਨਹੀਂ ਗਏ। ਜੇ ਮੈਂ 2 4 10 ਅੰਗ ਵੀ ਬਹਿ ਕੇ ਪੜ੍ਹਨੇ ਨੇ ਤੇ 2 ਘੰਟੇ ਤੇ ਕਿਤੇ ਵੀ ਨਹੀਂ ਗਏ। ਜੇ ਮੈਂ ਵਿਚਾਰਨ ਲੱਗ ਜਾ, ਸਿਰਫ ਇੱਕ ਇਮੇਜਿਨ ਕਰਕੇ ਮੈਂ ਰੱਖ ਰਿਹਾ ਪੱਖ, ਤੇ ਦੂਜੇ ਪਾਸੇ ਕਿੱਡਾ ਸੌਖਾ ਕੰਮ ਹੈ। ਇੱਕ ਥਾਂ ਤੇ ਜਾਓ, ਉਹਨੂੰ ਪੁੱਛੋ ਧਰਮ ਕਿੱਦਾਂ ਕਮਾਈ ਦਾ, ਅਗਲਾ ਕਹਿੰਦਾ ਮੇਰੇ ਅੱਗੇ 100 ਰੁਪਈਆ ਰੱਖ, ਆਪਾਂ ਰੱਖ ਕੇ 100 ਦੀ ਥਾਂ 200 ਲੈ ਵੀ ਹੁਣ ਧਰਮ ਕਮਾ ਲਿਆ, ਹਾਂ ਤੂੰ ਧਰਮੀ ਹੈ। ਕਿੱਡਾ ਸੌਖਾ ਕੰਮ ਹੈ। ਤੇ ਇੱਕ ਉਹ ਘਾਟੀ ਰਾਮ ਕੀ ਭਗਤ ਜੀ ਕਹਿੰਦੇ ਬੜੀ ਔਖੀ ਘਾਟੀ ਜਿੱਥੇ ਮੈਂ ਤੁਰ ਰਿਹਾ, ਤੇ ਇਹ ਚੜ ਰਹੇ ਹੋ ਕਬੀਰ, ਤੇ ਉੱਥੇ ਮੈਂ ਚੱਲ ਰਿਹਾ। ਬਾਕੀ ਸੰਸਾਰ ਦੇ ਲੋਕ ਤੇ ਐਵੇਂ ਗਿਆਨਵਾਨ ਮਗਰ ਲੱਗ ਕੇ, ਮੈਂ ਫਿਰ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ, ਗਿਆਨਵਾਨ ਬੰਦਾ ਠੀਕ ਹੈ, ਉਹਦੇ ਕੋਲ ਗਿਆਨ ਹੈ, ਉਹਦਾ ਗਿਆਨ ਗਲਤ ਨਹੀਂ, ਪਰ ਹੋ ਸਕਦਾ ਹੈ ਉਹ ਲਾਲਚ ਵਸ਼ ਆ ਕੇ, ਲੋਭ ਵਸ਼ ਆ ਕੇ ਆਪਣੇ ਗਿਆਨ ਦੀ ਵਰਤੋਂ ਗਲਤ ਕਰੇ। ਤੇ ਲਾਲਚ ਵਸ਼ ਹੋਇਆ ਬੰਦਾ ਗਿਆਨ ਕਦੇ ਠੀਕ ਨਹੀਂ ਵਰਤੇਗਾ। ਉਹਨੇ ਜਦੋਂ ਵੀ ਵਰਤਣਾ ਗਿਆਨ ਨੂੰ ਮਾੜੀ ਸੋਚ ਨਾਲ ਹੀ ਵਰਤਣਾ, ਚੰਗੀ ਸੋਚ ਨਾਲ ਕਦੇ ਵੀ ਨਹੀਂ ਵਰਤੇਗਾ। ਲੋਭੀ ਹੋ ਗਿਆ। ਡਾਕਟਰ ਦਾ ਗਿਆਨ ਬੜਾ ਚੰਗਾ, ਉਹ ਮਰਦੇ ਬੰਦੇ ਨੂੰ ਵੀ ਬਚਾ ਸਕਦਾ। ਹੁਣ ਜਿਹੜਾ ਲੋਭੀ ਹੋ ਜਾਏ ਉਹਨੇ ਕੀ ਕਰਨਾ, ਉਹਨੇ ਜਿਉਂਦੇ ਨੂੰ ਵੀ ਮਾਰ ਦੇਣਾ। ਕਿਉਂ ਵੀ ਤੁਸੀਂ ਜਾਂ ਤੇ ਮੇਰੀ ਫੀਸ ਦਿਓ ਤੇ ਜਾਂ ਮੈਂ ਇਹਨੂੰ ਮਾਰਨ ਲੱਗਾ ਜੇ, ਤੇ ਜੇ ਤੁਹਾਡੇ ਕੋਲ ਫੀਸ ਨਹੀਂ ਤੇ ਮੈਂ ਇਲਾਜ ਵੀ ਨਹੀਂ ਕਰਨਾ। ਹੱਥ ਖੜੇ ਕਰ ਗਿਆ। ਹੁਣ ਉਹਨੂੰ ਕੌਣ ਕਹੇਗਾ ਵੀ ਤੂੰ ਬੜਾ ਚੰਗਾ ਹੈ। ਗਿਆਨ ਤੇ ਬੜਾ ਚੰਗਾ ਸੀ। ਹੁਣ ਡਾਕਟਰ ਦਾ ਗਿਆਨ ਹੈ ਭਾਈ, ਉਹ ਆਪਣੇ ਗਿਆਨ ਨਾਲ ਮਰਦੇ ਬੰਦੇ ਨੂੰ ਬਚਾ ਲੈਂਦਾ। ਤੇ ਜਿੱਥੇ ਮਰਦੇ ਬਚਦੇ ਨਾ, ਜਿਵੇਂ ਜਿਹੜਾ ਡਾਕਟਰ ਬਚਾ ਲੈਂਦਾ ਹੈ, ਉਹ ਪਰਿਵਾਰ ਹੱਥ ਜੋੜ ਕੇ ਕਹਿੰਦਾ ਤੁਸੀਂ ਤੇ ਸਾਡੇ ਲਈ ਰੱਬ ਹੋ, ਤੁਸੀਂ ਸਾਡਾ ਮਰਦਾ ਬੰਦਾ ਬਚਾ ਲਿਆ, ਅਸੀਂ ਤੁਹਾਨੂੰ ਰੱਬ ਮੰਨਦੇ ਹਾਂ। ਹੁਣ ਅੱਗੋਂ ਉਹ ਕਵੇ ਵੀ ਲਿਆਓ ਹੁਣ ਤੁਹਾਡਾ ਬਿੱਲ ਹੀ ਕਰੋੜ ਰੁਪਈਆ ਬਣ ਗਿਆ, ਤੇ ਪਰਿਵਾਰ ਨੇ ਤੇ ਕਹਿਣਾ ਇਦੂ ਤੇ ਸਾਡਾ ਬੰਦਾ ਹੀ ਚਲਾ ਜਾਂਦਾ, ਕਿਉਂਕਿ ਅਸੀਂ ਕਰੋੜ ਲਿਆਵਾਂਗੇ ਕਿੱਥੋਂ। ਇੱਥੇ ਇੱਕ ਮਰ ਰਿਹਾ ਸੀ, ਹੁਣ ਸਾਨੂੰ ਸਾਰਿਆਂ ਨੂੰ ਮਰਨਾ ਪੈਣਾ, ਫਿਰ ਸਾਡੇ ਕੋਲ ਇੰਨੇ ਪੈਸੇ ਪਤਾ ਨਹੀਂ ਫਿਰ ਵੀ ਇਕੱਠੇ ਹੋਣਗੇ ਕਿ ਨਹੀਂ ਹੋਣਗੇ। ਗਿਆਨਵਾਨ ਬੰਦਾ ਅਕਸਰ ਜਦੋਂ ਲੋਭ ਵਿੱਚ ਫਸ ਜਾਂਦਾ ਹੈ, ਲੋਭ ਵਿੱਚ ਫਸ ਕੇ ਫਿਰ ਉਹ ਕਦੇ ਸਮਾਜ ਨੂੰ ਸਿੱਧੇ ਰਾਹ ਤੇ ਨਹੀਂ ਤੋਰ ਸਕਦਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ। ਕਿਸੇ ਫੀਲਡ 'ਚ ਚਲੇ ਜਾਓ, ਜ਼ਰੂਰੀ ਨਹੀਂ ਹੈ ਇੱਕੋ ਫੀਲਡ, ਹਰ ਪਾਸੇ। ਹੁਣ ਇੱਕ ਅਧਿਆਪਕ ਦਾ ਕੰਮ ਕੀ ਹੈ? ਬੱਚੇ ਨੂੰ ਗਿਆਨ ਦੇਣਾ। ਅਧਿਆਪਕ ਨਾਲੋਂ ਵੱਧ ਗਿਆਨਵਾਨ ਕੋਈ ਨਹੀਂ ਹੈ। ਡਾਕਟਰ ਕਿਹਦੇ ਤੋਂ ਬਣਿਆ? ਇੱਕ ਅਧਿਆਪਕ ਤੋਂ। ਇੱਕ ਆਫੀਸਰ ਕਿਹਦੇ ਤੋਂ ਬਣਿਆ? ਅਧਿਆਪਕ ਤੋਂ। ਕਿਸੇ ਪੋਸਟ ਤੇ ਕੋਈ ਵੀ ਆਰਮੀ ਆਫੀਸਰ ਕਿਹਦੇ ਤੋਂ ਬਣਿਆ? ਅਧਿਆਪਕ ਤੋਂ। ਉਹ ਬਾਅਦ ਦੀ ਗੱਲ ਹੈ ਵੀ ਅਗਲਾ ਵੱਖਰੀ ਵੱਖਰੀ ਫੀਲਡ 'ਚ ਵਿਚਰਨ ਲੱਗ ਪਿਆ, ਪਰ ਬਣ ਤੇ ਇੱਕ ਅਧਿਆਪਕ ਕੋਲੋਂ ਗਿਆਨ ਲੈ ਕੇ ਹੀ ਬਣ ਰਿਹਾ ਨਾ। ਹੁਣ ਅਧਿਆਪਕ ਨਾਲੋਂ ਚੰਗਾ ਗਿਆਨਵਾਨ ਕੋਈ ਨਹੀਂ। ਅਧਿਆਪਕ ਸਭ ਤੋਂ ਗਿਆਨਵਾਨ ਹੈ। ਅਧਿਆਪਕ ਨੂੰ ਗੁਰੂ ਵੀ ਕਿਹਾ ਜਾਂਦਾ ਵੀ ਉਹਨੇ ਸਾਨੂੰ ਜਿਹੜਾ ਉਹ ਚੰਗੇ ਰਾਹ ਤੇ ਤੁਰਿਆ, ਸਾਨੂੰ ਚੰਗਾ ਗਿਆਨ ਦਿੱਤਾ। ਹੁਣ ਚੰਗਾ ਗਿਆਨ ਦੇ ਕੇ ਉਹ ਸਾਨੂੰ ਚੰਗੀ ਪੋਸਟ ਤੇ ਭੇਜ ਰਿਹਾ, ਚੰਗਾ ਆਫੀਸਰ ਬਣਾ ਰਿਹਾ, ਚੰਗਾ ਸਾਨੂੰ ਗਿਆਨਵਾਨ ਪੁਰਸ਼ ਬਣਾ ਰਿਹਾ। ਅਧਿਆਪਕ ਨੇ ਸਾਨੂੰ ਸਾਰਾ ਕੁਝ ਤਿਆਰ ਕਰਕੇ ਦਿੱਤਾ ਵੀ ਤੂੰ ਪੜ੍ਹ ਲਿਖ ਜਾ। ਹੁਣ ਜੇ ਅਧਿਆਪਕ ਹੀ ਲੋਭ ਵਸ ਹੋ ਜੇ, ਲਾਲਚ ਵਸ ਹੋ ਜੇ, ਤੇ ਲਾਲਚ ਵਸ ਹੋ ਕੇ ਕਵੇ ਵੀ ਜੇ 1000 ਰੁਪਈਆ ਫੀਸ ਦੇਂਗਾ ਫਿਰ ਤੇ ਦਵਾਂਗਾ ਪੜਾ, ਤੇ ਜੇ ਤੂੰ ਕਵੇਂ ਵੀ ਮੇਰੇ ਕੋਲ ਫੀਸ ਹੈ ਨਹੀਂ, ਤੇ ਸੱਜਣਾ ਤੇਰੇ ਲਈ ਸਕੂਲ ਦਾ ਦਰਵਾਜ਼ਾ ਵੀ ਬੰਦ ਹੈ, ਤੂੰ ਨਾ ਵੜ ਜੀ ਕਿਤੇ ਅੰਦਰ, ਤੈਨੂੰ ਕਿੱਥੋਂ ਹੀ ਗੇਟ ਦੇ ਅੰਦਰ ਵੜਨ ਦੇ ਦੇਣਾ।
ਤੂੰ ਡੋਨੇਸ਼ਨ ਸਾਨੂੰ ਨਹੀਂ ਦਿੱਤਾ, ਐਡਮਿਸ਼ਨ ਫੀਸ ਤੂੰ ਸਾਨੂੰ ਨਹੀਂ ਦਿੱਤੀ, ਮੰਥਲੀ ਫੀਸ ਤੂੰ ਦੇਣ ਤੋਂ ਇਨਕਾਰ ਕਰੀ ਜਾਂਦਾ, ਤੇ ਤੈਨੂੰ ਹੀ ਸਕੂਲ 'ਚ ਵਾੜ ਕੇ ਕੀ ਕਰਨਾ? ਲੋਭ ਵਸ ਹੋ ਗਿਆ। ਹੁਣ ਲੋਭ ਵਸ ਹੋ ਕੇ ਸਮਾਜ ਨੂੰ ਕਿਹੜੇ ਚੰਗੇ ਮਾਰਗ ਤੇ ਤੋਰ ਦਾਂਗੇ ਅਸੀਂ? ਚਾਹੀਦਾ ਤੇ ਇਹ ਸੀ ਵੀ ਜਿੱਥੇ 10 ਬੱਚੇ ਆ ਰਹੇ ਨੇ, ਤੂੰ 10 ਚੋਂ 9 ਦੇ ਕੋਲੋਂ ਐਡਮਿਸ਼ਨ ਫੀ ਵੀ ਲੈ ਰਿਹਾ, ਡੋਨੇਸ਼ਨ ਵੀ ਲੈ ਰਿਹਾ, ਮੰਥਲੀ ਫੀਸ ਵੀ ਲੈ ਰਿਹਾ। ਸੱਜਣਾ, ਜੇ 9 ਦੇ ਪਿੱਛੇ ਇੱਕ ਬੱਚੇ ਨੂੰ ਤੈਨੂੰ ਮੁਫਤ ਵੀ ਪੜਾਉਣਾ ਪੈ ਜਾਏਗਾ, ਤੇ ਤੂੰ ਆਪਣੇ ਖੁਸ਼ ਸਮਝ, ਚੰਗੇ ਭਾਗ ਸਮਝ ਵੀ ਅੱਜ ਤੇਰੇ ਕੋਲ ਉਹ ਬੰਦਾ ਆਇਆ, ਉਹ ਬੱਚਾ ਆਇਆ ਜਿਹੜਾ ਲੋੜਵੰਦ ਹੈ, ਤੇ ਜਿਹੜਾ ਤੇਰੇ ਕੋਲੋਂ ਪੜ੍ਹਨਾ ਚਾਹੁੰਦਾ। ਉਹ ਚਾਹੁੰਦਾ ਮੈਂ ਤੇਰੇ ਕੋਲੋਂ ਪੜ੍ਹ ਕੇ ਤੇ ਚੰਗੀ ਪੋਸਟ ਤੇ ਪਹੁੰਚਾਂ, ਕੋਈ ਚੰਗਾ ਆਫੀਸਰ ਬਣਾ। ਤੈਨੂੰ ਤੇ ਮਾਣ ਹੋਣਾ ਚਾਹੀਦਾ ਸੀ, ਪਰ ਤੂੰ ਉਹਦੇ ਲਈ ਦਰਵਾਜ਼ੇ ਹੀ ਬੰਦ ਕਰਤੇ ਵੀ ਤੇਰੇ ਲਈ ਥਾਂ ਹੀ ਹੈ ਨਹੀਂ, ਸੀਟ ਹੀ ਹੈ ਨਹੀਂ ਤੇਰੇ ਲਈ ਸਕੂਲ 'ਚ। ਉੱਥੇ ਤੇ ਅਧਿਆਪਕ ਲੋਭ ਵਸ ਹੋ ਗਿਆ। ਪਰ ਅਸੀਂ ਫਿਰ ਵੀ ਵਹੀਰਾਂ ਘੱਤ ਕੇ ਉਧਰ ਨੂੰ ਹੀ ਜਾਵਾਂਗੇ ਜੀ। ਉੱਥੇ ਸਟੱਡੀ ਬਹੁਤ ਵਧੀਆ, ਪੜ੍ਹਾਈ ਬੜੀ ਵਧੀਆ, ਪੜ੍ਹਾਈ ਚੰਗੀ ਹੈ, ਮੁਬਾਰਕਬਾਦ ਹੈ, ਪਰ ਵਹੀਰਾਂ ਘੱਤ ਕੇ ਅਸੀਂ ਤੁਰੇ। ਇਹ ਵੀ ਨਹੀਂ ਵੇਖਿਆ ਵੀ ਫੀਸ ਕਿੰਨੀ ਤੇ ਕਿੰਨੀ ਨਹੀਂ, ਕਿੰਨਾ ਕੁ ਉੱਥੇ ਭਲਾ ਹੁੰਦਾ ਤੇ ਕਿੰਨਾ ਕੁ ਲੁੱਟਿਆ ਜਾਂਦਾ, ਇਹ ਵੀ ਨਹੀਂ ਵੇਖਿਆ। ਪਰ ਅਸੀਂ ਵਹੀਰਾਂ ਘੱਤ ਕੇ ਤੁਰ ਪਏ। ਹਰ ਫੀਲਡ 'ਚ ਇਹੀ ਹਾਲ ਹੈ, ਚਾਹੇ ਧਰਮ ਦੀ ਦੁਨੀਆ 'ਚ ਆ ਜਾਓ, ਚਾਹੇ ਸਮਾਜ ਦੇ ਕਿਸੇ ਫੀਲਡ 'ਚ ਚਲੇ ਜਾਓ। ਜਿੱਥੇ ਬੰਦਾ ਗਿਆਨਵਾਨ ਲੋਭ ਵਸ ਹੋ ਗਿਆ, ਉੱਥੇ ਤੁਹਾਨੂੰ ਉਹ ਕਦੇ ਸਿੱਧੇ ਮਾਰਗ ਤੇ ਨਹੀਂ ਪਾਏਗਾ। ਧਰਮ ਦੀ ਦੁਨੀਆ 'ਚ ਵੀ ਇਹੀ, ਜਿਹੜਾ ਆਪਣੇ ਆਪ ਨੂੰ ਧਾਰਮਿਕ ਆਗੂ ਅਖਵਾਉਣ ਵਾਲਾ ਹੈ, ਜਦੋਂ ਉਹ ਲੋਭ ਵਸ ਹੋ ਗਿਆ, ਉਹ ਤੁਹਾਨੂੰ ਕਿੱਦਾਂ ਸਿੱਧੇ ਰਸਤੇ ਤੇ ਤੋਰ ਦੇਗਾ? ਉਹਨੇ ਤੇ ਆਪਣਾ ਆਪ ਵੀ ਤੇ ਵੇਖਣਾ ਨਾ ਵੀ ਮੇਰਾ ਵੀ ਤੋਰੀ ਫੁਲਕਾ ਚੱਲਣਾ ਚਾਹੀਦਾ। ਉਹ ਸਿੱਧੇ ਮਾਰਗ ਤੇ ਕਦੇ ਨਹੀਂ ਪਾਏਗਾ। ਤੇ ਭਗਤ ਜੀ ਨੇ ਇਸੇ ਬਾਤ ਨੂੰ ਅੱਜ ਦੁਹਰਾ ਕੇ ਸਾਡੇ ਸਨਮੁਖ ਰੱਖਿਆ। ਕਹਿੰਦੇ, ਜਿਹੇ ਮਾਰਗ ਪੰਡਤ ਗਏ ਪਾਸ਼ੈ ਪਰੀ ਵਹੀਰ, ਇੱਕ ਔਕਟ ਘਾਟੀ ਰਾਮ ਕੀਤੇ ਚੜ ਰਹਿਓ ਕਬੀਰ। ਕਬੀਰ ਦੁਨੀਆ ਕੇ ਦੋਖੇ ਮੁਆ, ਚਾਲਤ ਕੁਲ ਕੀ ਕਾਨ। ਹੁਣ ਭਗਤ ਜੀ ਕਹਿੰਦੇ ਵੀ ਬੰਦਾ ਇਹਨਾਂ 2 ਚੀਜ਼ਾਂ ਦਾ ਬੜਾ ਖਿਆਲ ਰੱਖਦਾ। ਮੇਰੀ ਕੁੱਲ ਕੀ ਹੈ ਤੇ ਦੁਨੀਆ ਕੀ ਕਹੇਗੀ, ਮੇਰਾ ਖਾਨਦਾਨ ਕਿੱਦਾਂ ਦਾ ਹੈ ਤੇ ਦੁਨੀਆ ਕੀ ਆਖੇਗੀ। ਇਹਨਾਂ 2 ਚੀਜ਼ਾਂ ਦੀ ਚਿੰਤਾ ਕਰਦਾ ਹੋਇਆ ਬੰਦਾ ਮਰ ਜਾਂਦਾ ਹੈ। ਅਖਰੀ ਅਰਥ ਤੇ ਇਹੀ ਜਿਹੜੇ ਭਗਤ ਕਬੀਰ ਸਾਹਿਬ ਕਹਿ ਰਹੇ, ਕਹਿੰਦੇ ਕਬੀਰ ਦੁਨੀਆ ਕੇ ਦੋਖੇ ਮੁਆ। ਇਹ ਕਬੀਰ ਦੁਨੀਆ ਦੇ ਦੁੱਖ ਕਰਕੇ ਇਨਸਾਨ ਮਰ ਗਿਆ। ਚਾਲਤ ਕੁੱਲ ਕੀ ਕਾਨ, ਤੇ ਆਪਣੀ ਕੁੱਲ ਦੀ ਲੋਕ ਲੱਜਾ ਵਾਸਤੇ, ਆਪਣੇ ਕੁੱਲ ਦੀ, ਆਪਣੇ ਪਰਿਵਾਰ ਦੀ, ਟੱਬਰ ਦੀ ਚਿੰਤਾ ਕਰਦਾ ਹੋਇਆ ਬੰਦਾ ਮਰ ਜਾਂਦਾ। ਹੁਣ ਮਰ ਜਾਣਾ ਭਾਵ ਉਹਨੇ ਇਹ ਨਹੀਂ ਵੇਖਿਆ ਵੀ ਮੇਰਾ ਕਰਮ ਇਹ ਕਰਨ ਵਾਲਾ ਹੈ ਕਿ ਨਹੀਂ ਹੈ। ਮਤਲਬ ਇਹ ਕਹਿ ਸਕਦੇ ਹਾਂ ਵੀ ਅਧਿਆਤਮਿਕ ਮੌਤ ਹੋ ਜਾਣਾ, ਜ਼ਮੀਰ ਦਾ ਮਰ ਜਾਣਾ। ਇਹ ਚੀਜ਼ਾਂ ਜਿਹੜੀਆਂ ਨੇ, ਉਹ ਬੰਦਾ ਇਹਨਾਂ 2 ਚੀਜ਼ਾਂ ਨੂੰ ਵੇਖਦਾ ਹੋਇਆ ਦੁਨੀਆ ਕੀ ਕਹੇਗੀ, ਇਸ ਗੱਲ ਦਾ ਬਹੁਤ ਫਿਕਰ ਹੈ। ਤੇ ਦੂਜੀ ਮੇਰੀ ਕੁੱਲ, ਮੇਰਾ ਪਰਿਵਾਰ ਹੈ, ਮੈਨੂੰ ਆਪਣੇ ਪਰਿਵਾਰ ਲਈ ਬਹੁਤ ਕੁਝ ਕਰਨਾ ਚਾਹੀਦਾ। ਇਹ ਦੋਵੇਂ ਚੀਜ਼ਾਂ ਨੂੰ ਵੇਖਦਾ ਹੋਇਆ ਬੰਦਾ ਮਰ ਜਾਂਦਾ ਹੈ। ਦੁਨੀਆ ਕੀ ਕਹੇਗੀ, ਇਸ ਗੱਲ ਨੂੰ ਵੇਖਦਾ ਹੋਇਆ ਆਪਣੀ ਚਾਦਰ ਤੋਂ ਵੱਧ ਪੈਰ ਪਸਾਰ ਲੈਂਦਾ, ਮੁੜ ਕੇ ਕਰਜ਼ੇ ਥੱਲੇ ਆ ਜਾਂਦਾ, ਫਿਰ ਮਰਨਾ ਹੀ ਪੈਂਦਾ। ਵੀ ਲੋਕਾਂ ਦੀਆਂ ਨਜ਼ਰਾਂ 'ਚ ਮੇਰਾ ਸਟੇਟਸ ਬਹੁਤ ਉੱਚਾ, ਲੋਕਾਂ ਦੀਆਂ ਨਜ਼ਰਾਂ 'ਚ ਮੈਂ ਬਹੁਤ ਅਮੀਰ ਹਾਂ, ਲੋਕਾਂ ਦੀਆਂ ਨਜ਼ਰਾਂ 'ਚ ਮੈਂ ਬਹੁਤ ਵੱਡਾ ਹਾਂ, ਤੇ ਜੇ ਹੁਣ ਮੈਂ ਕੋਈ ਕੰਮ ਇਦਾਂ ਦਾ ਕਰਤਾ ਜਿੱਥੋਂ ਮੇਰੀ ਗਰੀਬੀ ਪ੍ਰਗਟ ਹੋ ਜਾਣੀ ਹੈ, ਕੋਈ ਗਰੀਬੀ ਦਾਵਾ ਪ੍ਰਗਟ ਹੋ ਜਾਣਾ ਹੈ, ਤੇ ਉਹ ਤੇ ਫਿਰ ਮੇਰਾ ਸਾਰੇ ਸਮਾਜ ਵਿੱਚ ਨੱਕ ਵੱਢਿਆ ਜਾਣਾ। ਫਿਰ ਬੰਦਾ ਕੀ ਕਰਦਾ ਹੈ, ਆਪਣੇ ਉੱਚੇ ਸਟੇਟਸ ਨੂੰ ਬਰਕਰਾਰ ਰੱਖਣ ਦੇ ਲਈ ਆਪਣੀ ਜਿਹੜੀ ਪਹੁੰਚ ਹੈ ਉਹਦੇ ਤੋਂ ਅਗਾਂਹ ਜਾ ਕੇ ਵੀ ਜਿਹੜਾ ਉਹ ਕੰਮ ਕਰਦਾ ਵੀ ਲੋਕ ਕਿਤੇ ਇਹ ਨਾ ਕਹਿ ਦੇਣ ਵੀ ਇਹ ਗਰੀਬ ਹੈ। ਹੁਣ ਜਿਹੜਾ ਇਦਾਂ ਦਾ ਕੰਮ ਕਰੇਗਾ ਉਹ ਤੇ ਉਹ ਹੀ ਹੈ ਨਾ ਵੀ ਆਪਣੇ ਹੱਥਾਂ ਨਾਲ ਹੀ ਆਪਣੇ ਗਲ 'ਚ ਫਾਹਾ ਪਾਉਣਾ ਵੀ ਜਦੋਂ ਜੀ ਕਰੇ ਘੁੱਟ ਦਿਓ ਭਾਈ, ਮੈਂ ਤੇ ਤਿਆਰ ਬੈਠਾ ਮਰਨ ਲਈ। ਤੇ ਦੂਜੀ
ਹੁਣ ਪਰਿਵਾਰ ਦੀ ਚਿੰਤਾ ਵੀ ਬਹੁਤ ਹੈ, ਹਾਏ ਮੇਰੇ ਪਰਿਵਾਰ ਦਾ ਕੀ ਬਣੇਗਾ। ਇਹ ਸੋਚਦਾ ਸੋਚਦਾ ਨਾ ਬੰਦਾ ਆਪਣੀ ਜ਼ਮੀਰ ਤੱਕ ਮਾਰ ਜਾਂਦਾ। ਲੋਕਾਂ ਦੇ 4-4 ਟਕਿਆਂ ਤੇ ਵਿਕ ਜਾਂਦਾ। ਮੇਰਾ ਪਰਿਵਾਰ ਚੰਗਾ ਜੀਵਨ ਗੁਜ਼ਾਰ ਲਏ, ਮਰ ਗਿਆ, ਜਿਉਂਦਾ ਤੇ ਇੱਥੇ ਵੀ ਨਹੀਂ ਰਿਹਾ। ਤੇ ਭਗਤ ਜੀ ਕਹਿੰਦੇ ਦੁਨੀਆ ਕੇ ਦੋਖੇ ਮੂਆ ਚਾਲਤ ਕੁੱਲ ਕੀ ਕਾਨ। ਆਪਣੀ ਕੁੱਲ ਦੇ ਕਾਨ ਦਾ ਮਤਲਬ ਹੁੰਦਾ ਕਮੀ। ਮੈਨੂੰ ਉਹਦੀ ਕਾਣ ਹੈ, ਮੈਨੂੰ ਮੇਰੇ 'ਚ ਕਮੀ ਹੈ ਤੇ ਮੈਨੂੰ ਉਹਦੀ ਲੋੜ ਹੈ। ਜੇ ਉਹ ਨਹੀਂ ਹੋਏਗਾ ਤੇ ਮੇਰੀ ਲੋੜ ਜਿਹੜੀ ਉਹ ਪੂਰੀ ਨਹੀਂ ਹੋਣੀ। ਇਸ ਗੱਲ ਨੂੰ ਵੇਖਦਾ ਹੋਇਆ ਬੰਦਾ ਕਈ ਕੁਛ ਕਰਦਾ ਵੀ ਪਰਿਵਾਰ ਜਿਹੜਾ ਉਹਦੀ ਮੈਨੂੰ ਲੋੜ ਹੈ। ਹੁਣ ਆਪਣੀ ਲੋੜ ਨੂੰ ਪੂਰੀਆਂ ਕਰਨ ਲਈ ਬੰਦਾ ਕਿੰਨਾ ਕੁਛ ਕਰਦਾ। ਮੁਹਤਾਜ ਹੋ ਜਾਣਾ, ਕਿਸੇ ਚੀਜ਼ ਦੇ ਕਾਣੇ ਹੋ ਜਾਣਾ, ਮਤਲਬ ਕਿਸੇ ਦੇ ਹੇਠਾਂ ਆ ਜਾਣਾ, ਅਧੀਨ ਹੋ ਜਾਣਾ। ਆਪਾਂ ਆਮ ਕਰਕੇ ਆਪਣੀ ਭਾਸ਼ਾ 'ਚ ਲਫ਼ਜ਼ ਵਰਤ ਲੈਂਦੇ ਵੀ ਸਾਨੂੰ ਕਿਹੜਾ ਤੇਰੀ ਕਾਣ ਹੈ ਭਾਈ, ਜਾਂ ਮੈਂ ਕਿਉਂ ਤੇਰੇ ਕੋਲ ਆਵਾਂ, ਜਾਂ ਮੈਨੂੰ ਤੇਰੀ ਕਿਹੜਾ ਕੋਈ ਲੋੜ ਹੈ, ਮੈਨੂੰ ਤੇਰੀ ਕੋਈ ਕਾਣ ਨਹੀਂ ਹੈ, ਮੈਂ ਤੇਰੇ ਅੱਗੇ ਝੁਕ ਨਹੀਂ ਸਕਦਾ। ਤੇ ਜਿਹਦੀ ਕਾਣ ਹੋਵੇ ਉਹਦੇ ਅੱਗੇ ਤੇ ਬੰਦਾ ਨਮਸਕਾਰ ਹੀ ਕਰਦਾ ਜਾਂਦਾ ਵੀ ਹੁਣ ਮੈਨੂੰ ਤੇਰੀ ਕਾਣ ਹੈ। ਤੇ ਭਗਤ ਜੀ ਕਹਿੰਦੇ ਆਪਣੀ ਕੁੱਲ ਦੀ ਕਾਣ ਤੇ ਦੂਜੇ ਪਾਸੇ ਦੁਨੀਆ ਦੇ ਵਿੱਚ ਨੱਕ ਰੱਖਣ ਲਈ ਇਨਸਾਨ ਬਹੁਤ ਕੁਝ ਕਰਦਾ। ਤੇ ਇੱਥੋਂ ਤੱਕ ਕਰਦਾ ਕਰਦਾ ਇਨਸਾਨ ਆਪਣਾ ਅਧਿਆਤਮਿਕ ਜੀਵਨ ਵੀ ਮੁਕਾ ਦਿੰਦਾ, ਮਰ ਜਾਂਦਾ ਆਪਣੇ ਅਧਿਆਤਮਿਕ ਤੌਰ ਤੇ ਵੀ। ਇਹਨਾਂ ਦੋਵਾਂ ਚੀਜ਼ਾਂ ਨੂੰ ਸੰਭਾਲਦਾ ਹੋਇਆ। ਤਬ ਕੁਲ ਕਿਸ ਕਾ ਲਾਜਸੀ ਜਬ ਲੈ ਤਰਹਿ ਮਸਾਨ। ਫਿਰ ਕਹਿੰਦੇ ਭਗਤ ਜੀ ਕਹਿੰਦੇ ਉਹ ਦੱਸ, ਇਸ ਗੱਲ ਦਾ ਮੈਨੂੰ ਜਵਾਬ ਦਿਓ। ਤਬ ਕੁੱਲ ਕਿਸ ਕਾ ਲਾਜਸੀ ਜਬ ਲੈ ਧਰੈ ਮਸਾਨ। ਕਹਿੰਦੇ ਫਿਰ ਲੋਕ ਲੱਜਾ ਤੇ ਤੇਰੀ ਕੁੱਲ ਦਾ ਫਿਕਰ ਜਿਹੜਾ ਤੂੰ ਲਈ ਫਿਰਦਾ ਸੀ ਕਿੱਥੇ ਜਾਏਗਾ ਜਦੋਂ ਚੁੱਕ ਕੇ ਅਗਲੇ ਨੇ ਤੈਨੂੰ ਮਸਾਨ 'ਚ ਧਰ ਦੇਣਾ। ਤੂੰ ਸਾਰੀ ਜ਼ਿੰਦਗੀ ਉਹਨਾਂ ਲਈ ਮਰਦਾ ਰਿਹਾ ਤੇ ਤੇਰੇ ਟੱਬਰ ਨੇ ਜਿੰਨਾ ਖਾਤਰ ਤੂੰ ਮਰਦਾ ਰਿਹਾ ਅਗਲਿਆਂ ਨੇ ਤੈਨੂੰ ਮਸਾਨ 'ਚ ਧਰਨ ਲੱਗਿਆ ਮਿੰਟ ਨਹੀਂ ਲਾਉਣਾ। ਉਦੋਂ ਤੇਰੀ ਕੁੱਲ ਕਿੱਥੇ ਜਾਏਗੀ, ਉਦੋਂ ਦੁਨੀਆ ਦਾ ਲੋਕ ਲੱਜਾ ਕਿੱਥੇ ਜਾਏਗੀ, ਨੱਕ ਕਿੱਥੇ ਜਾਏਗਾ। ਇਸ ਗੱਲ ਨੂੰ ਕਦੇ ਵਿਚਾਰਿਆ। ਔਰ ਭਗਤ ਜੀ ਨੇ ਬੜਾ ਪਿਆਰਾ ਨਾ ਇੱਕ ਸ਼ਬਦ ਭਗਤ ਕਬੀਰ ਸਾਹਿਬ ਦਾ ਹੀ ਹੈ, ਜਿੱਥੇ ਉਹ ਕਹਿੰਦੇ ਗਰਭਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ। ਤੇ ਉਹਨੂੰ ਫਿਰ ਸਵਾਲ ਕੀਤੇ ਸੀ ਕੁਝ ਕੁ। ਕਹਿੰਦੇ ਤੂੰ ਕਹਿਣਾ ਮੇਰੀ ਕੁੱਲ ਬੜੀ ਉੱਚੀ ਹੈ ਤੇ ਤੂੰ ਮੈਨੂੰ ਦੱਸ ਵੀ ਤੇਰੀ ਕੁੱਲ ਤੇ ਮੇਰੀ ਕੁੱਲ 'ਚ ਫਰਕ ਕੀ ਹੈ। ਕਿਉਂਕਿ ਸਾਡੇ ਘਰਾਣੇ ਵਿੱਚ ਭਗਤ ਜੀ ਕਹਿੰਦੇ ਸਾਡੇ ਘਰਾਣੇ 'ਚ ਸਾਡੀ ਦੁਨੀਆ 'ਚ ਉਹਨੂੰ ਹੀ ਬ੍ਰਾਹਮਣ ਕਿਹਾ ਜਾਂਦਾ, ਉੱਚੀ ਕੁੱਲ ਵਾਲਾ ਕਿਹਾ ਜਾਂਦਾ ਜਿਹਦੇ ਕੋਲ ਗਿਆਨ ਹੋਵੇ ਤੇ ਬ੍ਰਹਮ ਦਾ ਹੋਵੇ। ਆ ਤੇਰੇ ਵਾਂਗੂ ਨਹੀਂ ਮਾਇਆ ਕਾਰਨ ਵਿਦਿਆ ਵਿੱਚ ਹੈ, ਜਨਮ ਅਬਿਰਥਾ ਜਾਈਆ, ਤੇਰੇ ਵਾਂਗੂ ਨਹੀਂ। ਸਾਡੇ ਘਰਾਣੇ ਵਿੱਚ ਤੇ ਇਹ ਹੈ ਕਿ ਜਿੰਨੇ ਬ੍ਰਹਮ ਦੀ ਵਿਚਾਰ ਕਰ ਲਈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਜਿੰਨੇ ਬ੍ਰਹਮ ਦੀ ਵਿਚਾਰ ਕੀਤੀ, ਬ੍ਰਹਮ ਮਤਲਬ ਰੱਬ, ਜਿੰਨੇ ਰੱਬ ਦੀ ਵਿਚਾਰ ਕੀਤੀ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸਾਡੇ ਤੇ ਉਹਨੂੰ ਬ੍ਰਾਹਮਣ ਕਿਹਾ ਜਾਂਦਾ, ਉੱਚ ਜਾਤੀ ਵਾਲਾ, ਉੱਚੀ ਕੁੱਲ ਵਾਲਾ ਉਹਨੂੰ ਕਿਹਾ ਜਾਂਦਾ। ਤੇ ਤੇਰੇ ਹਾਲਾਤ ਬਣ ਚੁੱਕੇ ਮਾਇਆ ਕਾਰਨ ਵਿਦਿਆ ਵਿੱਚ ਹੈ। ਤੂੰ ਤੇ ਆਪਣਾ ਗਿਆਨ ਵੀ ਮਾਇਆ ਪਿੱਛੇ ਵੇਚੀ ਜਾਂਦਾ। ਜੇ ਤੂੰ ਇਹ ਗੱਲ ਮੰਨਦਾ ਵੀ ਤੇਰੀ ਉੱਚੀ ਕੁੱਲ ਹੈ ਤੇ ਭਗਤ ਜੀ ਕਹਿੰਦੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਏ। ਇਸੇ ਸ਼ਬਦ ਦੇ ਵਿੱਚ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ। ਦੱਸ ਭਾਈ ਤੇਰੀ ਕੁੱਲ ਉੱਚੀ ਕਿੱਦਾਂ ਤੇ ਮੇਰੀ ਨੀਵੀਂ ਕਿੱਦਾਂ। ਸ਼ੁਰੂਆਤ ਇੱਥੋਂ ਕੀਤੀ ਸੀ ਗਰਭਵਾਸ ਮੈਂ ਕੁੱਲ ਨਹੀਂ ਜਾਤੀ। ਉਹ ਭਲਿਆ ਮਨੁੱਖਾ ਗਰਭ ਵਿੱਚ ਵਾਸਾ ਲੈ ਕੇ ਕਿਸੇ ਦੀ ਕੁੱਲ ਦਾ ਅੰਦਾਜ਼ਾ ਨਹੀਂ ਲੱਗਦਾ ਵੀ ਤੂੰ ਕਿਸੇ ਘਰ ਦੇ, ਕਿਉਂਕਿ ਗਰਭ ਵਿੱਚ ਵਾਸਾ ਤੇ ਸਾਰਿਆਂ ਨੇ ਹੀ ਲੈਣਾ। ਜਿੰਨੇ ਸੰਸਾਰ ਤੇ ਆਉਣਾ ਉਹਨੇ ਗਰਭ ਵਿੱਚ ਵਾਸਾ ਲੈ ਕੇ ਹੀ ਆਉਣਾ। ਬਿਨਾਂ ਗਰਭ ਵਿੱਚ ਵਾਸਾ ਲਿਆ ਕੋਈ ਸੰਸਾਰ ਤੇ ਨਹੀਂ ਆ ਸਕਦਾ।
ਜਿਹੜਾ ਵੀ, ਚਾਹੇ ਕੋਈ ਇਨਸਾਨ ਹੈ, ਚਾਹੇ ਕੋਈ ਪੰਛੀ ਹੈ, ਚਾਹੇ ਕੋਈ ਜਾਨਵਰ ਹੈ, ਕੋਈ ਵੀ ਹੈ, ਜਿੰਨੇ ਸਮਾਜ ਤੇ ਆਉਣਾ, ਸੰਸਾਰ ਤੇ ਆਉਣਾ, ਉਹਨੂੰ ਪਹਿਲਾਂ ਗਰਭ ਵਿੱਚ ਵਾਸਾ ਲੈਣਾ ਹੀ ਪੈਣਾ। ਗਰਭ ਵਿੱਚ ਵਾਸਾ ਲਏਗਾ, ਫਿਰ ਉਹ ਸੰਸਾਰ ਦੀ ਜਿਹੜੀ ਦੁਨੀਆ ਜਿਹੜੀ ਉਹਨੂੰ ਵੇਖੇਗਾ। ਤੇ ਹੁਣ ਭਗਤ ਜੀ ਕਹਿੰਦੇ ਮੈਂ ਮੰਨਦਾ, ਤੂੰ ਵੀ ਮਾਤਾ ਦੀ ਕੁੱਖ 'ਚ ਵਾਸਾ ਲਿਆ, ਮੈਂ ਵੀ ਮਾਂ ਦੀ ਕੁੱਖ 'ਚ ਵਾਸਾ ਲਿਆ। ਤੂੰ ਵੀ ਮਾਂ ਦੀ ਕੁੱਖ ਤੋਂ ਹੀ ਪੈਦਾ ਹੋਇਆ, ਮੈਂ ਵੀ ਮਾਤਾ ਦੀ ਕੁੱਖ ਤੋਂ ਹੀ ਪੈਦਾ ਹੋਇਆ। ਆਪਣੇ ਪੈਦਾ ਹੋਣ ਦਾ ਤਰੀਕਾ ਵੀ ਇੱਕੋ ਹੀ ਹੈ। ਜਿਸ ਢੰਗ ਨਾਲ ਮੈਂ ਪੈਦਾ ਹੋਇਆ, ਉਸੇ ਢੰਗ ਨਾਲ ਤੂੰ ਪੈਦਾ ਹੋਇਆ। ਤੇ ਤੂੰ ਉੱਚੀ ਕੁੱਲ ਦਾ ਤੇ ਮੈਂ ਨੀਵੀਂ ਕੁੱਲ ਦਾ, ਇਹ ਕਿੱਦਾਂ ਹੋ ਸਕਦਾ? ਤੇ ਦੂਜੀ ਗੱਲ ਮੈਨੂੰ ਇਹ ਜਵਾਬ ਦੇ, ਚੱਲ ਭਾਈ ਤਰੀਕਾ ਇੱਕ ਹੋ ਗਿਆ, ਕੋਈ ਗੱਲ ਨਹੀਂ, ਫਿਰ ਮੈਂ ਤੇ ਤੈਨੂੰ ਉੱਚੀ ਕੁੱਲ ਦਾ ਤਾਂ ਮੰਨਾ, ਹਮ ਕਤ ਲੋਹੂ ਤੁਮ ਕਤ ਦੂਧ, ਵੀ ਤੇਰੀ ਬਾਡੀ ਵਿੱਚ ਦੁੱਧ ਨਾੜੀਆਂ 'ਚ ਤੇਰੇ ਚੱਲਦਾ ਹੋਵੇ ਤੇ ਮੇਰੀ ਪਿੰਡੇ ਵਿੱਚ ਮੇਰੇ ਸਰੀਰ ਦੀਆਂ ਨਾੜੀਆਂ 'ਚ ਲਹੂ ਚੱਲਦਾ ਹੋਵੇ, ਫਿਰ ਤੇ ਮੈਂ ਮੰਨ ਲੈਣਾ ਵੀ ਤੂੰ ਉੱਚੀ ਕੁੱਲ ਦਾ, ਵੀ ਤੇਰੇ ਸਰੀਰ ਦੇ ਵਿੱਚ ਦੁੱਧ ਚੱਲਦਾ ਭਾਈ। ਪਰ ਚੱਲਦਾ ਤੇਰੇ ਨਾੜੀਆਂ 'ਚ ਵੀ ਲਹੂ ਤੇ ਮੇਰੀਆਂ 'ਚ ਵੀ ਲਹੂ, ਤੇ ਮੈਂ ਨੀਵਾਂ ਤੇ ਤੂੰ ਉੱਚਾ ਕਿਵੇਂ ਹੋ ਗਿਆ? ਇਸ ਲਈ ਸਾਡੇ ਘਰਾਣੇ ਵਿੱਚ ਤੇ ਉੱਚੀ ਕੁੱਲ ਵਾਲਾ ਉਹਨੂੰ ਹੀ ਮੰਨਿਆ ਜਾਂਦਾ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਅਸੀਂ ਤੇ ਉਹਨੂੰ ਉੱਚੀ ਕੁੱਲ ਵਾਲਾ ਮੰਨਦੇ ਹਾਂ। ਤੇ ਭਗਤ ਜੀ ਅੱਜ ਕਹਿੰਦੇ ਤਬ ਕੁੱਲ ਕਿਸ ਕਾ ਲਾਜ ਸੀ। ਦੱਸ ਭਾਈ, ਉਦੋਂ ਤੇਰੀ ਲੱਜਾ, ਉਦੋਂ ਤੇਰੀ ਸ਼ਰਮ, ਉਦੋਂ ਤੇਰੀ ਕੁੱਲ ਦੀ ਚਿੰਤਾ ਕਿੱਥੇ ਜਾਂਦੀ ਹੈ? ਜਬ ਲੋ ਧਰੈ ਮਸਾਨ, ਉਦੋਂ ਤੇ ਕਦੇ ਨਹੀਂ ਕਿਹਾ ਵੀ ਆਹ ਥਾਂ ਤੇ ਮੈਨੂੰ ਫੂਕਣ ਲੱਗੇ ਹੋ, ਇੱਥੇ ਮੈਨੂੰ ਸਾੜਨ ਲੱਗੇ ਹੋ, ਇੱਥੇ ਮੇਰੇ ਤੋਂ ਪਹਿਲਾਂ ਇੱਕ ਗਰੀਬ ਬੰਦਾ ਵੀ ਸਾੜਿਆ, ਇੱਥੇ ਮੇਰੇ ਤੋਂ ਪਹਿਲਾਂ ਇੱਕ ਨੀਵੀਂ ਜਾਤ ਵਾਲਾ ਵੀ ਸਾੜਿਆ, ਉਦੋਂ ਤੇ ਕਦੇ ਨਹੀਂ ਇਹ ਗੱਲ ਕਹੀ। ਹੁਣ ਇੱਕ ਸ਼ਮਸ਼ਾਨ ਘਾਟ ਹੈ, ਉਹਦੇ 'ਚ ਇਹ ਥੋੜੀ ਵੀ ਜਿੱਥੇ ਇੱਕ ਬੰਦਾ ਸਾੜਤਾ ਉਹ ਹੁਣ ਦੂਜੇ ਨੂੰ ਸਾੜਨ ਵਾਸਤੇ ਦੂਜੀ ਥਾਂ ਬਣਾਵਾਂਗੇ। ਕੀ ਹੁੰਦਾ? ਜਿੱਥੇ ਇੱਕ ਬੰਦਾ ਸਾੜਿਆ ਉੱਥੇ ਅਗਲੇ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ, ਸਫਾਈ ਕੀਤੀ, ਦੂਜਾ ਬੰਦਾ ਵੀ ਲਿਆ ਕੇ ਉੱਥੇ ਹੀ ਰੱਖ ਦੇਣਾ, ਉੱਥੇ ਸਾੜ ਦੇਣਾ। ਉਹ ਵੀ ਇਦਾਂ ਹੀ ਹੈ। ਇੱਕ ਸ਼ਮਸ਼ਾਨ ਭੂਮੀ ਦੇ ਵਿੱਚ ਕਿੰਨੇ ਇਨਸਾਨ ਸਾੜੇ ਜਾਂਦੇ ਨੇ, ਇੱਕੋ ਥਾਂ ਤੇ ਕਿੰਨੇ ਬੰਦਿਆਂ ਨੂੰ ਸਾੜਿਆ ਜਾਂਦਾ। ਉਦੋਂ ਸਾੜਨ ਲੱਗਿਆਂ ਤੇ ਪਰਿਵਾਰ ਵਾਲਿਆਂ ਨੇ ਕਦੇ ਨਹੀਂ ਪੁੱਛਿਆ ਵੀ ਏਦੂ ਪਹਿਲੋਂ ਜਿਹੜਾ ਬੰਦਾ ਸੜਿਆ ਉਹਦੀ ਕੁੱਲ ਉੱਚੀ ਸੀ ਕਿ ਨੀਵੀਂ ਸੀ, ਕਿ ਪੁੱਛਦਾ ਕੋਈ? ਜਾਂ ਉੱਥੇ ਸਾੜਨ ਲੱਗਿਆਂ ਕਦੇ ਇਹ ਗੱਲ ਪੁੱਛੀ ਹੈ ਵੀ ਆ ਜਿਹੜੀਆਂ ਲੱਕੜਾਂ ਤੁਸੀਂ ਇਹਦੇ ਉੱਤੇ ਪਾਉਣ ਲੱਗੇ ਹੋ, ਕਿਹੜਾ ਬੰਦਾ ਵੱਢ ਕੇ ਲਿਆਇਆ? ਉੱਚੀ ਕੁੱਲ ਵਾਲਾ ਵੱਢ ਕੇ ਲਿਆਇਆ ਸੀ ਕਿ ਨੀਵੀਂ ਵਾਲਾ ਵੱਢ ਕੇ ਲਿਆਇਆ? ਜਾਂ ਉੱਥੇ ਹੁਣ ਜਿਹੜੇ ਬੰਦਿਆਂ ਨੇ ਚਿਖਾ ਸਾਰੀ ਚਿਣਨੀ ਹੈ ਸ਼ਮਸ਼ਾਨ ਘਾਟ ਦੇ ਵਿੱਚ, ਉਹਨਾਂ ਨੂੰ ਕਦੇ ਪੁੱਛਿਆ ਜਾ ਕੇ ਵੀ ਆ ਲੱਕੜਾਂ ਤੁਸੀਂ ਲਾਉਣ ਲੱਗੇ ਹੋ, ਚਿਖਾ ਤੁਸੀਂ ਚਿਣਨ ਲੱਗੇ ਹੋ, ਤੁਹਾਡੀ ਕੁੱਲ ਕਿਹੜੀ ਹੈ? ਪੁੱਛਿਆ ਕਦੇ ਵੀ ਕਿੱਡੇ ਕੁ ਖਾਨਦਾਨੀ ਬੰਦੇ ਹੋ ਤੁਸੀਂ? ਭਗਤ ਜੀ ਕਹਿੰਦੇ ਉਦੋਂ ਦੱਸ ਕਿੱਥੇ ਜਾਂਦੀ ਤੇਰੀ ਉੱਚੀ ਕੁੱਲ। ਉਦਾਂ ਤੂੰ ਕਹਿੰਦਾ ਵੀ ਲੋਕਾਂ 'ਚ ਮੇਰੀ ਕੁੱਲ ਬੜੀ ਵਧੀਆ, ਮੇਰਾ ਖਾਨਦਾਨ ਬੜਾ ਵਧੀਆ, ਤੇ ਸੱਜਣਾ ਜਿੱਦਣ ਤੈਨੂੰ ਮਸਾਨ ਤੇ ਰੱਖਣ ਲੱਗੇ ਜਾਂ ਮਸਾਨ ਵਿੱਚ ਰੱਖਣ ਲੱਗਦੇ, ਉਦਣ ਤੇ ਤੂੰ ਕਦੇ ਨਹੀਂ ਪੁੱਛਿਆ ਵੀ ਕੁੱਲ ਕਿੱਥੇ ਤੇ ਕਿੱਥੇ ਨਹੀਂ, ਤੇਰਾ ਖਾਨਦਾਨ ਕਿਹੜਾ। ਤੇ ਇਸ ਲਈ ਭਲਾ ਇਸੇ 'ਚ ਹੀ ਹੈ ਵੀ ਆਹ ਕੰਮਾਂ ਪਿੱਛੇ ਲੱਗ ਕੇ ਤੂੰ ਆਪੇ ਨੂੰ ਮਾਰ ਨਾ, ਸਗੋਂ ਇਹ ਸੋਚ ਛੱਡ ਕੇ ਤੇ ਆਪਣੇ ਆਪ ਨੂੰ ਜਿਉਂਦਾ ਰੱਖ। ਆਪਣੀ ਅਧਿਆਤਮਿਕ ਮੌਤ ਨਾ ਮਾਰ, ਆਪਣੇ ਆਪੇ ਨੂੰ ਜਿਉਂਦਾ ਰੱਖ। ਜ਼ਮੀਰ ਨੂੰ ਨਾ ਮਾਰ ਚਾਰ ਟਕਿਆਂ ਪਿੱਛੇ ਜਾਂ ਟੱਬਰ ਪਿੱਛੇ, ਆਪਣੀ ਜ਼ਮੀਰ ਜਿਉਂਦਿਆਂ ਰੱਖ। ਕਿਉਂਕਿ ਭਗਤ ਸਤਿਗੁਰੂ ਜੀ ਨੇ ਬਾਣੀ 'ਚ ਇੱਥੋਂ ਤੱਕ ਆਖਿਆ, ਕਹਿੰਦੇ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਹ ਸੱਜਣਾ, ਜੇ ਜਿਉਂਦਿਆਂ ਜੀ ਤੂੰ ਆਪਣੀ ਜ਼ਮੀਰ ਦੇਵੇਂ ਵੇਚ, ਇੱਜ਼ਤ ਤੇਰੀ ਟਕੇ ਦੀ ਨਾ ਹੋਵੇ, ਤੇ ਤੂੰ ਕਵੇਂ ਮੇਰਾ ਜ਼ਿੰਦਗੀ ਬੜੀ ਵਧੀਆ, ਮੈਂ ਤੇ ਰਾਜਿਆਂ ਵਾਂਗੂ ਜਿਉਣਾ। ਸਾਹਿਬ ਕਹਿੰਦੇ ਇਦਾਂ ਦੇ ਰਾਜਿਆਂ ਵਾਲੇ ਜੀਵਨ ਨਾਲੋਂ ਤੇ ਮੌਤ ਆ ਜਾਂਦੀ ਚੰਗੀ ਹੀ। ਮਰਦਾ ਤੇ ਸ਼ਾਨ ਨਾਲ, ਬੇਇੱਜ਼ਤ ਹੋ ਕੇ ਤਾਂ ਨਹੀਂ ਨਾ ਜਿਉਂ ਰਿਹਾ। ਮਰ ਗਿਆ ਅਗਲਾ, ਇੱਜ਼ਤ ਨਾਲ ਮਰਿਆ, ਸਨਮਾਨ ਨਾਲ ਮਰਿਆ। ਜਿੱਦਣ ਮਰਿਆ ਉਦੋਂ ਲੋਕਾਂ ਨੇ ਬੜੇ ਫਖਰ ਨਾਲ ਆਖਿਆ ਵੀ ਇਦਾਂ ਦਾ ਬੰਦਾ ਦੁਨੀਆ ਤੇ ਕਦੇ ਕਦੇ ਆਉਂਦਾ। ਤੇ ਉਹ ਕੀ ਵੀ ਤੂੰ ਜਿਉਂ ਵੀ ਰਿਹਾ, ਆਪਣੀ ਇੱਜ਼ਤ ਵੀ ਗਵਾ ਲਈ, ਆਪਣੀ ਪੱਤ ਵੀ ਗਵਾ ਲਈ, ਆਪਣੀ ਜ਼ਮੀਰ ਤੱਕ ਵੇਚਤੀ, ਤੇ ਹੁਣ ਸਾਰੀ ਜ਼ਿੰਦਗੀ ਲੋਕਾਂ ਤੋਂ ਮਿਹਣੇ ਖੱਟੇਗਾ, ਲਾਹਣਤਾਂ ਲਵੇਂਗਾ। ਉਹ ਜ਼ਿੰਦਗੀ ਜਿਉਣ ਦਾ ਕੀ ਫਾਇਦਾ? ਜੇ ਜੀਵੈ ਪੱਤ ਲੱਥੀ ਜਾਏ, ਆਪਣੀ ਪੱਤ ਲੋਹਾ ਕੇ, ਆਪਣੀ ਇੱਜ਼ਤ ਲੋਹਾ ਕੇ ਤੂੰ ਜਿਉਂ ਰਿਹਾ, ਤੇ ਤੂੰ ਦੁਨੀਆ ਨੂੰ ਕਹਿ ਰਿਹਾ ਮੈਂ ਰਾਜਾ ਆ। ਤੇ ਸੱਜਣਾ, ਇਦੂ ਤੇ ਮਰ ਜਾਂਦਾ ਕਿਸੇ ਗਰੀਬ ਦੇ ਘਰ 'ਚ ਪੈਦਾ ਹੋ ਕੇ,
ਪੱਤ ਨਾਲ ਤੇ ਮਰਦਾ ਨਾ, ਇੱਜ਼ਤ ਵਾਲਾ ਹੋ ਕੇ ਤੇ ਮਰਦਾ। ਤੇ ਸਾਹਿਬ ਕਹਿੰਦੇ ਸਭ ਹਰਾਮ ਜੇ ਤਾਕੇ ਸਿਖਾਏ, ਤੂੰ ਜੋ ਜਿੱਦਾਂ ਦੀ ਜ਼ਿੰਦਗੀ ਜਿਉ ਰਿਹਾ ਤੇਰਾ ਸਾਰਾ ਕੁਝ ਹਰਾਮ ਹੈ, ਕਿਉਂਕਿ ਤੇਰੇ ਕੋਲ ਪੱਤ ਨਹੀਂ, ਤੇਰੇ ਕੋਲ ਤੇਰੀ ਜ਼ਮੀਰ ਨਹੀਂ ਹੈ, ਤੇਰੇ ਕੋਲ ਤੇਰੀ ਇੱਜ਼ਤ ਨਹੀਂ ਹੈ, ਤੇ ਇਦਾਂ ਦਾ ਜਿਉਣਾ ਕੀ ਕਰਨਾ। कबीर दुनिया के दोखे मुआ, चालत कुल की कान, तब कुल किसका लाजसी जब ले तरह मसानो। कबीर डूबह गो रे बाप रे, बहु लोगन की कान। फिर भगत जी कहते सज्जना डुबेगा, जरूर डुबेगा तू। ਅੱਜ ਜਿੰਨਾ ਚਿਰ ਲੋਕਾਂ ਦੇ ਮਗਰ ਲੱਗ ਕੇ ਤੁਰਿਆ ਫਿਰਿਆ ਨਾ, ਤੂੰ ਡੁੱਬੇਗਾ ਹੀ ਡੁੱਬੇਗਾ, ਤੈਨੂੰ ਨਹੀਂ ਕੋਈ ਬਚਾ ਸਕਦਾ, ਕਿਉਂਕਿ ਤੂੰ ਲੋਕ ਲੱਜਾ ਨੂੰ ਰੱਖੀ ਫਿਰਦਾ ਆਪਣੀ ਮੁੱਖ ਇਸ ਗੱਲ ਨੂੰ ਰੱਖਿਆ, ਮੇਰਾ ਨੱਕ ਲੋਕਾਂ 'ਚ ਰਹਿ ਜੇ, ਮੇਰਾ ਨੱਕ ਜਿਹੜਾ ਉਹ ਲੋਕਾਂ 'ਚ ਬਣਿਆ ਰਹੇ। ਨੱਕ ਜਿਹੜਾ ਇਹ ਇੱਜ਼ਤ ਦਾ ਪ੍ਰਤੀਕ ਹੈ, ਨੱਕ ਇੱਜ਼ਤ ਦਾ ਪ੍ਰਤੀਕ ਹੈ। ਅਸੀਂ ਕਦੇ ਇਹ ਨਹੀਂ ਕਿਹਾ ਵੀ ਮੇਰੀਆਂ ਅੱਖਾਂ ਲੋਕਾਂ 'ਚ ਰਹਿ ਜਾਣ, ਮੇਰਾ ਕੰਨ ਲੋਕਾਂ 'ਚ ਰਹਿ ਜਾਏ, ਜਾਂ ਮੇਰੇ ਹੱਥ ਲੋਕਾਂ, ਆਪਾਂ ਇਹ ਕਹਿੰਦੇ ਮੇਰਾ ਨੱਕ ਲੋਕਾਂ 'ਚ ਰਹਿ ਜਾਏ। ਚਿਹਰਾ ਜਿੰਨਾ ਮਰਜ਼ੀ ਸੁੰਦਰ ਹੋਵੇ, ਜਿੰਨਾ ਚਿਰ ਨੱਕ ਸੁੰਦਰ ਨਹੀਂ ਨਾ, ਉਹਨਾਂ ਚਿਰ ਸਾਰੀ ਸੁੰਦਰਤਾ ਹੀ ਫਿੱਕੀ ਪੈ ਜਾਂਦੀ। ਇਸ ਕਰਕੇ ਨੱਕ ਜਿਹੜਾ ਉਹਨੂੰ ਸੁੰਦਰਤਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ, ਤੇ ਉਹ ਜਿਹੜਾ ਲੋਕ ਲੱਜਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ। ਹੁਣ ਭਗਤ ਜੀ ਕਹਿੰਦੇ ਤੂੰ ਲੋਕ ਲੱਜਾ ਦਾ ਬੜਾ ਖਿਆਲ ਰੱਖਦਾ ਵੀ ਲੋਕਾਂ 'ਚ ਮੇਰਾ ਨੱਕ ਬਣਿਆ ਰਹੇ, ਇਸ ਗੱਲ ਦਾ ਬੜਾ ਖਿਆਲ ਰੱਖਦਾ ਤੂੰ। ਤੇ ਹੁਣ ਕਹਿੰਦੇ ਮੈਂ ਤੈਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਤੂੰ ਡੁੱਬੇਗਾ, ਕਿਉਂਕਿ ਲੋਕਾਂ ਦੀ ਸੋਚ ਇਹ ਹੈ, ਲੋਕਾਂ ਦੀ ਸੋਚ ਇਹ ਹੈ ਵੀ ਇਹਨਾਂ ਦੇ ਘਰ 'ਚ ਖੁਸ਼ੀ ਕਿੱਥੋਂ ਆ ਗਈ। ਔਰ ਇਸ ਗੱਲ 'ਚ ਕੋਈ ਅਤਕਥਨੀ ਨਹੀਂ, ਕੋਈ ਝੂਠ ਨਹੀਂ ਹੈ। ਅੱਜ ਬੰਦਾ ਆਪਣਾ ਦੁੱਖ ਦੇਖ ਕੇ ਉਹਨਾਂ ਦੁਖੀ ਨਹੀਂ, ਜਿੰਨਾ ਗੁਆਂਢੀਆਂ ਦੀ ਖੁਸ਼ੀ ਵੇਖ ਕੇ ਦੁਖੀ ਹੋ ਜਾਂਦਾ ਵੀ ਇਹਨਾਂ ਦੇ ਘਰ 'ਚ ਖੁਸ਼ੀ। ਫਿਰ ਕੀ ਹੁੰਦਾ, ਫਿਰ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦਾ ਵੀ ਇਹਨਾਂ ਦੇ ਘਰ 'ਚ ਹੁਣ ਕਲੇਸ਼ ਪੈ ਹੀ ਜਾਏ, ਲੜਾਈ ਹੋ ਹੀ ਜਾਏ, ਮੈਂ ਕਿਹੜਾ ਤਰੀਕਾ ਵਰਤਾਂ ਵੀ ਇਹਨਾਂ ਦੇ ਘਰ 'ਚ ਆਹ ਜਿਹੜਾ ਖੁਸ਼ੀ ਦਾ ਮਾਹੌਲ ਹੈ ਗਮ 'ਚ ਬਦਲ ਜਾਏ। ਫਿਰ ਬੜੇ ਯਤਨ ਕਰਦਾ। ਇਦਾਂ ਦੀ ਇੱਕ ਘਟਨਾ ਬੜੀ ਪਿਆਰੀ, ਤੇ ਸ਼ਾਇਦ ਪਹਿਲਾਂ ਵੀ ਆਪ ਜੀ ਦੇ ਸਨਮੁਖ ਰੱਖੀ ਹੋਵੇ। ਇੱਕ ਨਾ ਬੰਦਾ ਭਗਤੀ ਕਰਨ ਲੱਗ ਜਾਂਦਾ, ਬੜੀ ਭਗਤੀ ਕਰਦਾ, ਰੱਬ ਉਹਦੇ ਸਾਹਮਣੇ ਪ੍ਰਗਟ ਹੋ ਜਾਂਦਾ। ਰੱਬ ਉਹਨੂੰ ਕਹਿੰਦਾ ਵੀ ਦੱਸ ਕੀ ਚਾਹੀਦਾ ਤੈਨੂੰ। ਹੁਣ ਉਹ ਹੈ ਬੜਾ ਗਰੀਬ ਜਿਹਾ ਸੀ, ਪਰ ਹੈ ਬੰਦਾ ਹੀ ਉਹ, ਇਨਸਾਨ। ਤੇ ਇਨਸਾਨ ਦੀ ਫਿਤਰਤ ਵੀ ਦੂਜੇ ਨੂੰ ਵੇਖ ਕੇ ਆਪ ਦੁਖੀ ਹੋਣਾ, ਇਹ ਇਨਸਾਨੀ ਫਿਤਰਤ ਹੈ, ਚਾਹੇ ਗਰੀਬ ਹੈ ਤੇ ਚਾਹੇ ਅਮੀਰ ਹੈ, ਇਹ ਇਨਸਾਨੀ ਫਿਤਰਤ ਹੈ। ਤੇ ਉਹ ਕਹਿੰਦਾ ਵੀ ਹੁਣ ਗਰੀਬੀ ਹੈ, ਘਰ ਦੀ ਗਰੀਬੀ ਮੈਂ ਦੂਰ ਕਿੱਦਾਂ ਕਰਨੀ ਹੈ। ਹੁਣ ਉਹ ਗਰੀਬੀ ਦੂਰ ਕਰਨ ਲਈ ਸੋਚਦਾ ਹੈ ਵੀ ਜੇ ਮੈਂ ਇੱਕ ਚੀਜ਼ ਮੰਗ ਲਈ ਤਾਂ ਇੱਕ ਹੀ ਰਹਿ ਜਾਣੀ, ਮੈਂ ਕੁਛ ਇਦਾਂ ਦਾ ਮੰਗਾ ਵੀ ਜਿਹੜੀ ਮੈਂ ਕਦੇ ਵੀ ਮੇਰੇ ਘਰ 'ਚ ਗਰੀਬੀ ਆਵੇ ਹੀ ਨਾ। ਹੁਣ ਚਲਾਕ ਵੀ ਬਹੁਤ ਸੀ ਉਹ ਰੱਬ ਨੂੰ ਕਹਿੰਦਾ ਰੱਬਾ ਮੈਂ ਚਾਹੁੰਦਾ ਵੀ ਤੂੰ ਮੈਨੂੰ ਨਾ ਇਹ ਵਰ ਦੇ ਵੀ ਮੈਂ ਜਦੋਂ ਚਾਹਾਂ ਜੋ ਚੀਜ਼ ਚਾਹਾਂ ਮੈਨੂੰ ਮਿਲ ਜੇ, ਜਦੋਂ ਵੀ। ਹੁਣ ਰੱਬ ਦੀ ਭਗਤੀ ਕੀਤੀ ਸੀ ਉਹਨੇ, ਰੱਬ ਸਾਹਮਣੇ ਆਇਆ ਸੀ ਤੇ ਰੱਬ ਨੇ ਕਿਹਾ ਸੀ ਮੰਗ, ਕੀ ਮੰਗਦਾ। ਉਹਨੇ ਜਦੋਂ ਇਹ ਚੀਜ਼ ਮੰਗੀ, ਰੱਬ ਕਹਿੰਦਾ ਵੀ ਇਹ ਤੇ ਕੰਮ ਹੋ ਗਿਆ ਖਰਾਬ, ਵੀ ਇਹਨੇ ਤੇ ਲੋਕਾਂ ਨੂੰ ਜਿਉਣ ਨਹੀਂ ਦੇਣਾ। ਗੱਲ ਸਿਰਫ ਜਦੋਂ ਇਦਾਂ ਦੀ ਜਿਹੜੀ ਘਟਨਾ ਨਾ ਉਹ ਸਿਰਫ ਸਮਝਣ ਲਈ ਹੁੰਦੀ। ਹੁਣ ਰੱਬ ਨੂੰ ਇਹ ਕੋਈ ਚਿੰਤਾ ਨਹੀਂ ਹੈ, ਉਹ ਕਿਸੇ ਤੋਂ ਮਜਬੂਰ ਥੋੜੀ ਹੈ, ਸਿਰਫ ਇਹ ਗੱਲ ਇੱਕ ਸਮਝਣ ਲਈ। ਹੁਣ ਰੱਬ ਨੇ ਕੀ ਕਿਹਾ, ਕਹਿੰਦੇ ਠੀਕ ਹੈ ਭਾਈ ਤੈਨੂੰ ਮਿਲੇਗਾ, ਸਾਰਾ ਕੁਝ ਮਿਲੇਗਾ ਜੋ ਤੂੰ ਚਾਹੇਗਾ, ਪਰ ਮੇਰੀ ਇੱਕ ਸ਼ਰਤ ਹੈ, ਜਿੰਨਾ ਤੂੰ ਮੰਗੇਗਾ ਉਦੋਂ ਦੁੱਗਣਾ ਤੇਰੇ ਗੁਆਂਢੀਆਂ ਨੂੰ ਮਿਲੇਗਾ। ਉਹ ਫੇਰ ਚਿੰਤਾ ਬਣ ਗਈ ਵੀ ਆਹ ਕੀ ਹੋ ਗਿਆ, ਵੀ ਭਗਤੀ ਮੈਂ ਕੀਤੀ, ਗੁਆਂਢੀ ਘਰੇ ਬੈਠੀ ਖੁਸ਼ ਹੋਈ ਜਾਂਦੇ ਨੇ। ਕਹਿੰਦਾ ਜੀ ਠੀਕ ਹੈ, ਉਹਨੇ ਮੰਨ ਲਿਆ। ਹੁਣ ਉਹ ਕਹਿੰਦਾ ਵੀ ਮੇਰੇ ਕੋਲ ਇੱਕ ਸੋਹਣਾ ਘਰ ਹੋਣਾ ਚਾਹੀਦਾ, ਕੋਠੀ ਵਧੀਆ ਹੋਣੀ ਚਾਹੀਦੀ। ਬਣ ਗਈ ਉਹਦੀ ਕੋਠੀ, ਗੁਆਂਢੀਆਂ ਦੀਆਂ 2 ਸੜੇ। ਹੁਣ ਵੇਖ ਵੇਖ ਵੀ ਮੈਂ ਇੱਕ ਬਣਾਈ ਤੇ ਇਹਨਾਂ ਦੀਆਂ 2 ਬਣ ਗਈਆਂ, ਤੇ ਬਣੀਆਂ ਵੀ ਉਦਾਂ ਦੀਆਂ ਜਿੱਦਾਂ ਦੀ ਮੈਂ ਬਣਾਈ ਹੈ। ਫਿਰ ਥੋੜਾ ਜਿਹਾ ਸਬਰ ਦੇ ਲਿਆ,
ਕਹਿੰਦਾ ਹੁਣ ਮੇਰੇ ਕੋਲ ਗੱਡੀ ਹੋਣੀ ਚਾਹੀਦੀ ਐ, ਲਗਜ਼ਰੀ ਕਾਰ ਹੋਵੇ, ਇੱਕ ਮਿਲੀ ਗਵਾਂਢੀਆਂ ਨੂੰ ਸੇਮ ਉਦਾਂ ਦੀਆਂ ਦੋ, ਫੇਰ ਚਿੰਤਾ। ਯਾ ਕੀ ਬਣ ਗਿਆ? ਹੁਣ ਕਹਿੰਦਾ ਮੇਰਾ ਕਾਰੋਬਾਰ ਵਧੀਆ ਚੱਲ ਪਏ, ਉਹ ਜਿੰਨਾ ਕਿਹਦਾ ਚੱਲਿਆ ਉਦੋਂ ਗਾਂ ਪੜੋਸੀਆਂ ਦਾ, ਫੇਰ ਚਿੰਤਾ ਵੀ ਇਹ ਤੇ ਮੇਰੇ ਤੋਂ ਵਜੇ ਵੀ ਉੱਤੇ ਨੇ। ਹੁਣ ਛਾਤਰ ਸੀ, ਦਿਮਾਗ ਬੜਾ ਚਲਾਕ ਸੀ, ਜਦੋਂ ਸਾਰਾ ਕੁਝ ਵੇਖ ਲਿਆ ਨਾ, ਲੈ ਵੀ ਸਾਰਾ ਕੁਝ ਲਿਆ, ਹੁਣ ਅੰਦਰੋਂ ਈਰਖਾ ਨਾਲ ਭਰ ਗਿਆ, ਤੇ ਉਸ ਈਰਖਾ ਦੇ ਵਿੱਚੋਂ ਹੁਣ ਮਤਲਬ ਜਿਹੜਾ ਉਹ ਪ੍ਰਗਟ ਹੋਇਆ, ਤੇ ਜਦੋਂ ਮਤਲਬ ਪ੍ਰਗਟ ਹੋਇਆ, ਕ੍ਰੋਧ ਪ੍ਰਗਟ ਹੋਇਆ ਈਰਖਾ ਦੇ ਵਿੱਚੋਂ, ਹੁਣ ਕਹਿੰਦਾ ਮੇਰੀ ਇੱਕ ਅੱਖ ਖਰਾਬ ਹੋ ਜੇ। ਹੁਣ ਆਪਦੀ ਇੱਕੋ ਹੀ, ਸਾਰੇ ਪਰਿਵਾਰ ਦੀ ਇੱਕ ਇੱਕ ਅੱਖ ਖਰਾਬ ਹੋ ਜੇ, ਉਧਰੋਂ ਟੱਬਰ ਗੁਆਂਢੀਆਂ ਦਾ ਸਾਰਾ ਹੀ ਹੈ ਨਾ, ਉਹਨਾਂ ਦੀਆਂ ਦੋਵੇਂ ਹੀ ਖਰਾਬ। ਕਿੱਡਾ ਚਲਾਕ ਹੈ ਇਨਸਾਨ। ਫਿਰ ਕਹਿੰਦਾ ਮੇਰੇ ਘਰ ਦੇ ਦਰਵਾਜ਼ੇ ਦੇ ਬਾਹਰ ਇੱਕ ਖੂਹ ਪੱਟਿਆ ਜਾਏ। ਹੁਣ ਇਹਦੇ ਘਰ ਦੇ ਦਰਵਾਜ਼ੇ ਦੇ ਬਾਹਰ ਇੱਕ ਅੱਖ ਵੀ ਇੱਕ ਖਰਾਬ, ਵੀ ਬਚ ਬਚਾ ਕੇ ਲੰਘ ਜਾਾਂਗੇ, ਉਹਨਾਂ ਦੀਆਂ ਕੋਠੀਆਂ ਵੀ ਦੋ, ਤੇ ਉਹਨਾਂ ਦੇ ਦਰਵਾਜ਼ੇ ਦੇ ਅੱਗੇ ਖੂਹ ਵੀ ਦੋ ਦੋ, ਸਾਰੇ ਦੇ ਸਾਰੇ ਪਰਿਵਾਰ ਉਹਦੇ ਵਿੱਚ ਡਿੱਗ ਕੇ ਮਰ ਗਏ। ਕਹਿੰਦਾ ਹੁਣ ਬਣੀ ਨਾ ਗੱਲ। ਇਨਸਾਨੀ ਸੋਚ ਜਿਹੜੀ ਇੱਥੋਂ ਤੱਕ ਖੜੋਤਾ, ਸਿਰਫ ਲੋਕਾਂ ਵਿੱਚ ਆਪਣੀ ਲੋਕ ਲੱਜਾ ਰੱਖਣ ਦੇ ਲਈ, ਲੋਕਾਂ ਦੀ ਖਾਤਰ। ਤੇ ਭਗਤ ਜੀ ਕਹਿੰਦੇ ਸੱਜਣਾ ਇਸ ਗੱਲ ਨੂੰ ਤੂੰ ਖਿਆਲ ਰੱਖੀ, ਡੁੱਬੋਗੇ ਰੇ ਬਾਪੂ ਰੇ, ਇੱਕ ਦਿਨ ਡੁੱਬੇਗਾ, ਕਿਉਂਕਿ ਤੂੰ ਲੋਕਾਂ ਵਿੱਚ ਆਪਣਾ ਨੱਕ ਰੱਖਦਾ ਫਿਰਦਾ। ਆ ਲੋਕਾਂ ਵਿੱਚ ਨੱਕ ਰੱਖਣ ਦੀ ਗੱਲ ਛੱਡ, ਇਹ ਸੋਚ ਵੀ ਰੱਬ ਦੀਆਂ ਨਜ਼ਰਾਂ 'ਚ ਕਿੱਦਾਂ ਪ੍ਰਵਾਨ ਹੋਣਾ, ਰੱਬ ਦੇ ਦਰ ਤੇ ਕਿਵੇਂ ਪ੍ਰਵਾਨੇ ਜਾਣਾ, ਇਸ ਗੱਲ ਦੀ ਵਿਚਾਰ ਕਰਿਆ ਕਰ ਜੇ ਡੁੱਬਣ ਤੋਂ ਬਚਣਾ ਚਾਹੁੰਦਾ। ਨਹੀਂ ਤੇ ਲੋਕਾਂ ਵਿੱਚ ਆਪਣਾ ਨੱਕ ਰੱਖਦਿਆਂ ਇੱਕ ਦਿਨ ਤੂੰ ਜ਼ਰੂਰ ਡੁੱਬੇਗਾ। ਭਗਤ ਜੀ ਕਹਿੰਦੇ ਮੇਰਾ ਇਸ ਗੱਲ ਦੇ ਉੱਤੇ ਪੱਕਾ ਦਾਵਾ ਹੈ। ਪਾਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ। ਤੇ ਇਹ ਗੱਲ ਵੀ ਪੱਕੀ ਕਰਕੇ ਜਾਣ ਲਾ ਕਿ ਜੋ ਤੇਰੇ ਪੜੋਸੀਆਂ ਦੇ ਘਰ 'ਚ ਹੋ ਰਿਹਾ ਉਹ ਤੇਰੇ ਘਰ 'ਚ ਵੀ ਹੋਣਾ ਹੈ। ਇਹ ਗੱਲ ਪੱਕੀ ਕਰਕੇ ਜਾਣ ਲਾ ਕਿ ਪੜੋਸੀ ਕੇ ਜੋ ਹੁਆ, ਜੋ ਤੇਰੇ ਪੜੋਸੀ ਦੇ ਘਰ 'ਚ ਹੋ ਰਿਹਾ ਉਹ ਤੇਰੇ ਘਰ 'ਚ ਵੀ ਇੱਕ ਦਿਨ ਜ਼ਰੂਰ ਹੋਏਗਾ। ਪੜੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ, ਤੂੰ ਆਪਣੇ ਘਰ 'ਚ ਮੰਨ ਕੇ ਚੱਲ। ਜੇ ਅੱਜ ਪੜੋਸੀਆਂ ਦੇ ਘਰ 'ਚ ਖੁਸ਼ੀ ਦਾ ਮਾਹੌਲ ਹੈ ਸੱਜਣਾ, ਕੱਲ ਨੂੰ ਤੇਰੇ ਘਰ 'ਚ ਵੀ ਆਏਗਾ। ਇਹ ਨਹੀਂ ਕਹਿ ਸਕਦੇ ਵੀ ਕੇਵਲ ਗਮੀ ਦਾ ਹੀ ਮਾਹੌਲ ਆਏਗਾ। ਜੇ ਅੱਜ ਉਹਨਾਂ ਦੇ ਘਰ 'ਚ ਖੁਸ਼ੀ ਦਾ, ਕੱਲ ਨੂੰ ਤੇਰੇ ਘਰ 'ਚ ਵੀ ਖੁਸ਼ੀ ਦਾ ਆਉਣਾ। ਤੇ ਇਸ ਕਰਕੇ ਫਾਇਦਾ ਇਸੇ 'ਚ ਹੀ ਹੈ ਕਿ ਉਹਨਾਂ ਦੀ ਖੁਸ਼ੀ ਵਿੱਚ ਵੀ ਖੁਸ਼ ਹੋ, ਕੱਲ ਨੂੰ ਉਹ ਤੇਰੀ ਖੁਸ਼ੀ ਵਿੱਚ ਵੀ ਪ੍ਰਸੰਨ ਹੋਣ। ਤੂੰ ਉਹਨਾਂ ਦੀ ਖੁਸ਼ੀ 'ਚ ਈਰਖਾ ਕਰੇਗਾ, ਉਹ ਤੇਰੀ 'ਚ ਕਰਨਗੇ, ਸੁਭਾਵਿਕ ਜਿਹੀ ਗੱਲ ਹੈ। ਤੇ ਜੇ ਅੱਜ ਉਹਨਾਂ ਦੇ ਘਰ 'ਚ ਮੌਤ ਹੋ ਰਹੀ ਹੈ ਨਾ, ਤੇ ਸੱਜਣਾ ਇਹ ਨਾ ਸੋਚ ਉਹਨਾਂ ਦੇ ਘਰ 'ਚ ਮਰ ਗਿਆ ਤੇ ਮੇਰੇ ਘਰ 'ਚ ਕਿਸੇ ਨਹੀਂ ਮਰਨਾ, ਕੱਲ ਨੂੰ ਤੇਰੇ ਘਰ 'ਚ ਵੀ ਇਸ ਨੇ ਆਉਣਾ ਹੈ। ਸੰਸਾਰ ਦੇ ਉੱਤੇ ਜਿਹੜਾ ਕੁਦਰਤ ਦਾ ਨਿਯਮ ਹੈ, ਜੋ ਕੁਦਰਤ ਨੇ ਬਣਾਇਆ, ਅਕਾਲ ਪੁਰਖ ਨੇ ਜਿਹੜੇ ਨਿਯਮ ਬਣਾਏ ਨੇ, ਉਹ ਨਿਯਮ ਹਰ ਘਰ ਦੇ ਵਿੱਚ ਵਾਪਰਨੇ ਹੀ ਵਾਪਰਨੇ ਨੇ, ਚਾਹੇ ਕਿਸੇ ਰੂਪ 'ਚ ਵਰਤ ਜਾਣ, ਚਾਹੇ ਕਿਸੇ ਰੂਪ 'ਚ ਵਰਤ ਜਾਣ। ਘਰ ਦੇ ਵਿੱਚ ਔਲਾਦ ਨੇ ਜਨਮ ਵੀ ਲੈਣਾ, ਔਲਾਦ ਨੇ ਜਨਮ ਲੈਣਾ, ਬਜ਼ੁਰਗਾਂ ਦੀ ਮੌਤ ਵੀ ਆਉਣੀ। ਇਹ ਨਿਯਮ ਹੈ ਇੱਕ ਰੱਬ ਦਾ ਬਣਾਇਆ, ਹਰ ਪਰਿਵਾਰ 'ਚ ਹੋਏਗਾ। ਹਰ ਪਰਿਵਾਰ ਦੇ ਵਿੱਚ ਕੋਈ ਸੁੱਖ ਦਾ ਮਾਹੌਲ ਵੀ ਆਏਗਾ, ਖੁਸ਼ੀ ਦਾ ਮਾਹੌਲ ਵੀ ਬਣੇਗਾ, ਹਰ ਪਰਿਵਾਰ 'ਚ ਦੁੱਖ ਦਾ ਮਾਹੌਲ ਵੀ ਬਣੇਗਾ। ਇਹ ਵੀ ਰੱਬ ਦਾ ਨਿਯਮ ਹੈ। ਕਿਉਂਕਿ ਜਦੋਂ ਕਿਸੇ ਔਲਾਦ ਨੇ ਜਨਮ ਲੈਣਾ, ਉਦੋਂ ਅਸੀਂ ਢੋਲ ਧਮੱਕਾ ਕਰਨਾ ਵੀ ਅੱਜ ਸਾਡੇ ਘਰ 'ਚ ਇੱਕ ਬਾਲਕ ਨੇ ਜਨਮ ਲਿਆ, ਤੇ ਜਿੱਦਣ ਕੋਈ ਮਰ ਜਾਏਗਾ ਉਦਣ ਸਾਰੇ ਪਾਸੇ ਸ਼ੋਕ ਦਾ ਮਾਤਮ ਦਾ ਜਿਹੜਾ ਮਾਹੌਲ ਉਹ ਬਣ ਜਾਏਗਾ। ਤੇ ਭਗਤ ਜੀ ਕਹਿੰਦੇ ਸੱਜਣਾ ਇਸ ਗੱਲ ਨੂੰ ਪੱਕਿਆਂ ਕਰਕੇ ਜਾਣ ਕੇ ਪੜੋਸੀ ਕੇ ਜੋ ਹੁਆ, ਜੋ ਉਹਨਾਂ ਦੇ ਘਰ 'ਚ ਹੋ ਰਿਹਾ ਤੂੰ ਆਪਣੇ ਭੀ ਜਾਨ, ਉਹ ਤੇਰੇ ਘਰ 'ਚ ਵੀ ਵਰਤਣਾ ਹੈ। ਜੇ ਪੜੋਸੀ ਦੇ ਘਰ 'ਚ ਅੱਜ ਤੂੰ ਉਹਨਾਂ ਦੇ ਘਰੇ ਮਾਤਮ ਤੇ ਚੱਲੇ ਐ, ਉਹਨਾਂ ਦੇ ਘਰੇ ਕਿਸੇ ਦੀ ਮੌਤ ਤੇ ਚੱਲੇ ਐ, ਉਹਨਾਂ ਦੇ ਘਰੇ ਕਿਸੇ ਦੇ ਸੰਸਕਾਰ ਤੇ ਚੱਲੇ ਐ, ਤੇ ਸੱਜਣਾ ਕੱਲ ਨੂੰ ਉਹ ਵੀ ਚੱਲ ਕੇ ਤੇਰੇ ਘਰੇ ਆਉਣਗੇ। ਤੂੰ ਇਹ ਨਾ ਸੋਚ ਵੀ ਉਹਨਾਂ ਦੇ ਘਰ 'ਚ ਮੌਤਾਂ ਹੁੰਦੀਆਂ ਰਹਿਣਗੀਆਂ, ਤੇਰੇ ਘਰ 'ਚ ਮਰਨਾ ਹੀ ਕਿਸੇ ਨੇ, ਇਹ ਨਾ ਸੋਚ। ਸਤਿਗੁਰੂ ਨੇ ਨਾ ਬਾਣੀ 'ਚ ਇੱਕ ਬੜਾ ਪਿਆਰਾ ਜ਼ਿਕਰ ਕੀਤਾ। ਮਾਲਕ ਜੀ ਨੇ ਨਾ ਇੱਕ ਸਵਾਲ ਰੱਖਤਾ ਸਾਡੇ ਸਾਹਮਣੇ
ਕਹਿੰਦੇ ਮਨੁੱਖਾ ਮੈਨੂੰ ਇਹ ਗੱਲ ਦੱਸ, ਕੋਈ ਮਰਦਾ ਹੈ, ਤੂੰ ਰੋਣ ਤੁਰਿਆ ਜਾਂਦਾ ਜੀ, ਮਰ ਗਿਆ ਬੰਦਾ, ਤੂੰ ਰੋਣ ਵਾਸਤੇ ਤੁਰਿਆ ਜਾਂਦਾ ਉਹਨਾਂ ਦੇ ਘਰ 'ਚ। ਤੂੰ ਕਦੇ ਬਹਿ ਕੇ ਇਹ ਸੋਚਿਆ ਵੀ ਕੱਲ ਨੂੰ ਤੈਨੂੰ ਰੋਣ ਕਿਸੇ ਨੇ ਆਉਣਾ ਕਿ ਨਹੀਂ ਆਉਣਾ? ਅੱਜ ਤੂੰ ਲੋਕਾਂ ਨੂੰ ਰੋਣ ਤੁਰਿਆ ਜਾਂਦਾ, ਤੁਝ ਕੌਣ ਰੋਵ ਸੀ, ਤੈਨੂੰ ਕਿੰਨੇ ਰੋਣਾ ਕੱਲ ਨੂੰ? ਇਸ ਗੱਲ ਨੂੰ ਕਦੇ ਸੋਚਿਆ? ਕਦੇ ਵਿਚਾਰਿਆ ਨਹੀਂ, ਕਿਉਂਕਿ ਸਾਨੂੰ ਇਹ ਹੈ, ਜੋ ਸਾਡੀ ਸੋਚ ਹੈ ਉਹ ਇਹ ਕਹਿੰਦੀ ਹੈ, ਉਹ ਮਰ ਗਿਆ, ਚਲੇ ਗਿਆ, ਪਰ ਮੈਂ ਨਹੀਂ ਮਰਦਾ, ਇਸ ਲਈ ਮੈਂ ਰੋ ਸਕਦਾ, ਮੈਂ ਕੋਈ ਗੱਲ ਨਹੀਂ, ਮੈਂ ਕਿਹੜਾ ਮਰਨਾ, ਮੈਂ ਮਰਾਂਗਾ ਤੇ ਰੋਣ ਵਾਲੇ ਆਉਣਗੇ ਨਾ, ਮੈਂ ਮਰਨਾ ਹੀ ਨਹੀਂ। ਬੰਦੇ ਦੀ ਸੋਚ ਇਹ ਹੈ। ਪਰ ਜਦੋਂ ਕਿਤੇ ਆਪਣੀਆਂ ਅੱਖਾਂ ਦੇ ਸਾਹਮਣੇ ਕਿਸੇ ਮਰੇ ਹੋਏ ਨੂੰ ਅੱਗ ਲੱਗਦਾ ਵੇਖਦਾ ਹੈ ਨਾ, ਫਿਰ ਕਿਤੇ ਕਿਤੇ ਮਨ ਦੀ ਵਿਚਾਰ, ਉਦੋਂ ਮਨ ਐਨ ਦਰਵ ਮੈਲਟ ਹੋ ਜਾਂਦਾ, ਉਦੋਂ ਹਿਰਦਾ ਬਿਲਕੁਲ ਵੀ ਕੱਲ ਨੂੰ ਮੈਂ ਵੀ ਮਰ ਜਾਣਾ। ਉੱਥੇ ਖੜਿਆਂ ਸੋਚਦਾ ਵੀ ਮੈਂ ਵੀ ਮਰ ਜਾਣਾ, ਮੈਨੂੰ ਵੀ ਇਦਾਂ ਹੀ ਅੱਗ ਲੱਗਣੀ ਸੋਚਦਾ। ਜਦੋਂ ਸ਼ਮਸ਼ਾਨ ਘਾਟ ਦਾ ਗੇਟ ਟੱਪਿਆ, ਫਿਰ ਕਿੱਥੇ ਮੌਤ ਚੇਤੇ ਆਉਂਦੀ। ਅੰਦਰ ਵੜਦਿਆਂ ਸਾਰ ਡੈੱਡ ਬਾਡੀ ਨੂੰ ਦੇਖਿਆ, ਬਿਲਕੁਲ ਵਿਚਾਰਾਂ ਮੈਲਟ ਹੋ ਗਈਆਂ, ਖਤਮ ਹੋ ਗਿਆ ਸਾਰਾ ਕੁਝ, ਵੀ ਨਹੀਂ ਛੱਡੋ, ਕੀ ਲੈ ਜਾਣਾ ਦੁਨੀਆ ਤੋਂ। ਵਿਚਾਰ ਆ ਗਏ ਹਿਰਦੇ 'ਚ, ਜਿਹੜੇ ਕਹਿੰਦੇ ਇਕੱਠਾ ਕਰ ਲਓ ਜਿੰਨਾ ਹੁੰਦਾ, ਉਹ ਕਹਿੰਦੇ ਵੀ ਕੀ ਲੈ ਜਾਣਾ ਦੁਨੀਆ ਤੋਂ, ਆ ਵੀ ਚਲਾ ਗਿਆ। ਅੱਜ ਮੇਰਾ ਸਾਥੀ ਹੁੰਦਾ ਸੀ, ਮੇਰਾ ਦੋਸਤ ਸੀ, ਅੱਜ ਚਲੇ ਗਿਆ। ਕੱਲ ਨੂੰ ਇਹ ਕੁਛ ਨਹੀਂ ਅੱਜ ਲੈ ਕੇ ਗਿਆ, ਕੱਲ ਨੂੰ ਮੈਂ ਵੀ ਮਰਨਾ, ਮੈਂ ਵੀ ਨਹੀਂ ਲੈ ਕੇ ਜਾਣਾ। ਉਦੋਂ ਬੰਦਾ ਸਾਰਾ ਕੁਝ ਛੱਡ ਦਿੰਦਾ। ਜਦੋਂ ਗੇਟ ਤੋਂ ਬਾਹਰ ਟੱਪਿਆ, ਉਸੇ ਟਾਈਮ ਹੀ ਫੇਰ ਕਰ ਲੋ ਇਕੱਠਾ ਜਿੰਨਾ ਕੁਝ ਹੁੰਦਾ, ਵੇਖੀ ਜਾਏਗੀ, ਜਦੋਂ ਮੌਤ ਆਏਗੀ ਉਦੋਂ ਵੇਖ ਲਾਂਗੇ। ਪਰ ਇਹ ਨਾ ਕੋਈ ਕਵੇ ਵੀ ਇਹਦੇ ਕੋਲ ਹੈ ਕੁਛ ਨਹੀਂ ਸੀ। ਦੁਨੀਆ ਨੂੰ ਪਤਾ ਲੱਗੇ ਜਿੱਦਣ ਮੈਂ ਮਰਾਂ ਵੀ ਇਹ ਮਰਿਆ, ਤੇ ਐਡਾ ਅਮੀਰ ਬੰਦਾ ਅੱਜ ਮਰਿਆ। ਆਹ ਸੰਸਾਰਕ ਬੰਦਿਆਂ ਦੀ ਸੋਚ ਹੈ। ਤੇ ਭਗਤ ਜੀ ਕਹਿੰਦੇ, ਇਸ ਕਰਕੇ ਭਾਈ ਤੂੰ ਇਸ ਗੱਲ ਦਾ ਖਿਆਲ ਰੱਖ ਕਿ ਦੁਨੀਆ ਦੀ ਲੋਕ ਲੱਜਾ ਪਿੱਛੇ ਲੱਗ ਕੇ ਕਦੇ ਆਪਣੇ ਆਪੇ ਨੂੰ ਆਪਣੀ ਪਹੁੰਚ ਤੋਂ ਬਾਹਰ ਵਾਲਾ ਕਦੇ ਕੋਈ ਕੰਮ ਨਾ ਕਰ। ਕਿਉਂਕਿ ਜੇ ਲੋਕਾਂ ਦੀ ਲੋਕ ਲੱਜਾ ਵਿੱਚ ਲੱਗ ਕੇ ਕੋਈ ਕੰਮ ਕਰੇਗਾ, ਤੇ ਹੋ ਸਕਦਾ ਉਸ ਕਰਮ ਕਰਕੇ ਤੈਨੂੰ ਪਛਤਾਉਣਾ ਪੈ ਜਾਏ। ਤੇ ਜਦੋਂ ਪਛਤਾਵੇਂ, ਉਦੋਂ ਸਿਰਫ ਤੇਰੇ ਕੋਲ ਪਛਤਾਵਾ ਹੀ ਹੋਵੇ, ਤੇ ਤੂੰ ਆਪਣੇ ਉਸ ਕੀਤੇ ਹੋਏ ਕਰਮ ਨੂੰ ਸੁਧਾਰ ਨਹੀਂ ਸਕਦਾ, ਸਿਰਫ ਪਛਤਾਵਾ। ਜਿਵੇਂ ਲੋਕਾਂ ਪਿੱਛੇ ਲੱਗ ਕੇ ਵੇਖਿਆ ਨਾ, ਇੱਕ ਗਰੀਬ ਬੰਦਾ, ਸਿਰਫ ਇੱਕੋ ਥੋੜਾ ਜਿਹਾ ਉਦਾਹਰਨ ਰੱਖ ਕੇ ਤੇ ਸਮਾਪਤੀ ਵਾਲੇ ਪਾਸੇ ਆ ਜਾਣਾ। ਗਰੀਬ ਬੰਦੇ ਨੇ ਵੇਖਿਆ ਵੀ ਲੋਕਾਂ ਦੇ ਘਰਾਂ ਦੇ ਵਿੱਚ ਲੋਕ ਆਪਣੇ ਬੱਚਿਆਂ ਦੇ ਵਿਆਹ ਕਰਦੇ ਤੇ ਬੜੀ ਸ਼ਾਨੋ ਸ਼ੌਕਤ ਨਾਲ ਕਰਦੇ। ਹੁਣ ਉਹ ਗਰੀਬ ਸੀ, ਉਹਨੇ ਸੋਚਿਆ, ਕਹਿੰਦਾ ਵੀ ਮੈਂ ਜਿੱਦਣ ਆਪਣੇ ਬੱਚੇ ਦਾ ਵਿਆਹ ਕਰਨਾ, ਤੇ ਜਿਨ੍ਹਾਂ ਦੇ ਘਰਾਂ 'ਚ ਮੈਂ ਵਿਆਹਾਂ ਤੇ ਗਿਆ ਉਹ ਵੀ ਸੱਦਣੇ ਨੇ। ਹੁਣ ਜੇ ਉਹ ਸੱਦਣੇ ਤੇ ਉਹਨਾਂ ਦੀ ਸਟੇਟਸ ਦਾ ਵਿਆਹ ਕਰਨਾ ਪੈਣਾ। ਹੁਣ ਉਹਨਾਂ ਦੇ ਸਟੇਟਸ ਦਾ ਵਿਆਹ ਕਰਨ ਲਈ ਕਰਜ਼ਾ ਚੁੱਕਣਾ ਪੈ ਗਿਆ, ਵੀ ਲੋਕਾਂ 'ਚ ਮੇਰਾ ਨੱਕ ਬਣਿਆ ਰਹੇ। ਕਰਜ਼ਾ ਚੁੱਕ ਕੇ ਵਿਆਹ ਕਰ ਲਿਆ। ਹੁਣ ਉਹਨਾਂ ਨੇ ਤੇ ਖਾਣਾ ਤੇ ਚਲੇ ਜਾਣਾ। ਵੱਧ ਤੋਂ ਵੱਧ ਅਗਲੇ ਇਹੀ ਕਹਿ ਜਾਣਗੇ ਨਾ, ਬੜਾ ਵਧੀਆ ਵਿਆਹ ਕੀਤਾ ਭਾਈ, ਇਹੀ ਕਹਿ ਦੇਣਗੇ ਵੱਧ ਤੋਂ ਵੱਧ, ਇਸ ਤੋਂ ਵੱਧ ਕੇ ਕੁਝ ਨਹੀਂ ਕਹਿਣਾ। ਪਰ ਜਿਹੜਾ ਕਰਜ਼ਾ ਤੂੰ ਚੁੱਕਿਆ, ਲਾਉਣਾ ਵੀ ਤੈਨੂੰ ਹੀ ਪੈਣਾ। ਤੇ ਜਦੋਂ ਕੱਲ ਨੂੰ ਤੇਰੇ ਤੋਂ ਲੱਥਾ ਨਾ, ਫਿਰ ਤੈਨੂੰ ਪਛਤਾਉਣਾ ਪੈਣਾ। ਤੇ ਹੁਣ ਤੂੰ ਪਛਤਾਵੇ 'ਚ ਆ ਕੇ ਹੋ ਸਕਦਾ ਇਹ ਵੀ ਕਹੇ, ਜੀ ਮੇਰਾ ਘਰ ਵੀ ਲੈ ਜਾਓ, ਮੇਰੇ ਕੋਲ ਤੇ ਪੈਸੇ ਹੈ ਨਹੀਂ। ਤੇ ਜਾਂ ਹੋ ਸਕਦਾ ਸੱਜਣਾ ਫਾਹਾ ਲੈ ਕੇ ਉਦਾਂ ਮਰ ਜੇ, ਤੇ ਉਸ ਕਰਜ਼ਾ ਚੁੱਕ ਕੇ ਲੋਕਾਂ ਦੇ ਵਿੱਚ ਨੱਕ ਰੱਖੇ ਦਾ ਕੀ ਲਾਭ, ਜਿਹੜਾ ਸਿਵਾਏ ਪਛਤਾਵੇ ਤੋਂ ਤੈਨੂੰ ਕੁਝ ਨਹੀਂ ਦੇ ਸਕਦਾ। ਇਸ ਲਈ ਲੋਕਾਂ ਵਿੱਚ ਆਪਣਾ ਨੱਕ ਰੱਖਣ ਦੀ ਬਜਾਏ ਰੱਬ ਦੇ ਅੱਗੇ, ਗੁਰੂ ਦੇ ਅੱਗੇ ਆਪਣੀ ਇੱਜ਼ਤ ਬਣਾ, ਜਿਸ ਇੱਜ਼ਤ ਨੇ ਤੈਨੂੰ ਮਾਣ ਤੇ ਸਨਮਾਨ ਦਿਵਾਉਣਾ। ਦੂਜੀ ਗੱਲ, ਜੋ ਪੜੋਸੀ ਦੇ ਘਰ ਵਿੱਚ ਹੋਇਆ ਉਹ ਆਪਣੇ ਘਰ 'ਚ ਮੰਨ ਕੇ ਚੱਲ। ਜਦੋਂ ਮੰਨ ਕੇ ਚੱਲੇਗਾ ਜਾਂ ਆਪਾਂ ਮੰਨ ਕੇ ਚੱਲਾਂਗੇ, ਤੇ ਕਦੇ ਵੀ ਅਸੀਂ ਕੋਈ ਉਦਾਂ ਦਾ ਕਰਮ ਨਹੀਂ ਕਰਾਂਗੇ ਜਿਹੜਾ ਕਿਸੇ ਦੇ ਹਿਰਦੇ ਨੂੰ ਠੇਸ ਪਹੁੰਚਾਏਗਾ। ਗੁਰੂ ਕਿਰਪਾ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਮਾਲਕ ਆਪ ਆਪਣਾ ਬਖਸ਼ਿਸ਼ ਭਰਿਆ, ਮਿਹਰ ਭਰਿਆ ਹੱਥ ਰੱਖਣ। ਕਿਤੇ ਸਤਿਗੁਰਾਂ ਦੀ ਰਹਿਮਤ ਦੇ ਸਦਕਾ ਸਾਨੂੰ ਵੀ ਗੁਰੂ ਦੇ ਦਰ ਦੇ ਉੱਤੇ ਇੱਜ਼ਤ ਵਾਲੇ ਬਣਨ ਦੀ ਜਾਚ ਆ ਜਾਏ, ਤਾਂ ਜੋ ਅਸੀਂ ਆਪਣੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ
ਆਪੇ ਮੇਲੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਅੱਜ ਦੇ ਪਾਵਨ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ ਲਈਏ। ਕਬੀਰ ਡੂਬਹਿ ਗੋ ਰੇ ਬਾਪਰੇ, ਬਹੁ ਲੋਗਣ ਕੀ ਕਾਨ, ਪਾਰੋਸੀ ਕੇ ਜੋ ਹੁਆ, ਤੂੰ ਆਪਣੇ ਭੀ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦਿ।